ਵਾਹਿਗੁਰੂ ਜੀ। ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰਿ ਗੋਬਿੰਦ ਸੁਭ ਮਤ ਪ੍ਰਕਾਸਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਇ ਬੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੁ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨੁਖ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰਿ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਬਿਸਰੈ ਬੈਸ ਵਿਵਾਹੇ ਸਭੀ, ਨਾਮ ਨਾ ਚਿਤ ਮਹਿ ਬਿਤਵਿਓ ਕਬਹੀ। ਸੁਖ ਸੋ ਬਿਸਵ ਬਸਹਿ ਬਸ ਸੇਤੀ, ਹਿਰਦੈ ਕਦਾ ਚਿਤ ਸੁਧ ਨਾ ਅਗੇਤੀ। ਬਿਸਰੈ ਬੈਸ ਵਿਵਾਹੇ ਸਭੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਪਤਿਤ ਪਾਵਨ, ਭਗਤ ਵਛਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਹੈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਜੀ ਨੇ ਜਿੱਥੇ ਮਹਾਨ ਬਖਸ਼ਿਸ਼ ਕਰਕੇ ਸਾਨੂੰ ਮਨੁੱਖਾ ਜਨਮ ਬਖਸ਼ਿਆ ਹੈ, ਉੱਥੇ ਨਾਲ ਦੇ ਨਾਲ ਇਹ ਵੀ ਵੱਡੀ ਉਸ ਦੀ ਕਿਰਪਾ ਹੈ ਕਿ ਜੋ ਸਾਨੂੰ ਗੁਰਸਿੱਖਾਂ ਦੇ ਘਰ ਵਿੱਚ ਜਨਮ ਬਖਸ਼ਿਆ, ਅਤੇ ਹੋਰ ਤਰਸ ਕਰਕੇ ਮਹਾਰਾਜ ਨੇ ਕਿਰਪਾ ਕੀਤੀ ਹੈ ਜੋ ਸਾਨੂੰ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਤਸੰਗ ਕਰਨ ਸੁਣਨ ਦਾ ਸੁਭਾਗ ਪ੍ਰਾਪਤ ਹੈ। ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਤੋ ਸਤਿਗੁਰੂ ਮਹਾਰਾਜ ਦੀ ਮਹਾਨ ਬਖਸ਼ਿਸ਼ ਦਾ ਸਦਕਾ ਹੈ। ਭਾਈ ਗੁਰਦਾਸ ਸਾਹਿਬ ਜੀ ਜ਼ਿਕਰ ਕਰਦੇ ਹਨ ਕਿ ਜਿਹੜੇ ਐਸੇ ਅਧਿਕਾਰੀ ਆਪਣੇ ਇਸ਼ਟ ਦੇਵ ਨੂੰ ਜੋ ਭਾਵਨਾ ਸਹਿਤ ਮੰਨਦੇ ਹਨ, ਤੇ ਜਦੋਂ ਵੀ ਸੁਭਾਗ ਸਮਾਂ ਮਿਲਦਾ ਹੈ ਆਪਣੇ ਗੁਰੂ ਦੇ ਪੁਰਬ ਨੂੰ ਜੋ ਭਾਵਨਾ ਸਹਿਤ ਮਨਾਉਂਦੇ ਹਨ, ਭਾਈ ਗੁਰਦਾਸ ਸਾਹਿਬ ਜੀ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਦੀ ਹਜ਼ੂਰੀ ਵਿੱਚੋਂ
ਮਹਾਨ ਬ੍ਰਹਮ ਗਿਆਨ ਦੀ ਬਖਸ਼ਿਸ਼ ਪ੍ਰਾਪਤ ਹੈ। ਔਰ ਸਾਹਿਬ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜੋ ਲਿਖਾਰੀ ਹਨ, ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕਰਕੇ ਭਾਈ ਗੁਰਦਾਸ ਸਾਹਿਬ ਜੀ ਤੋਂ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਲਿਖਤ ਕਰਵਾਈ ਹੈ। ਜਦੋਂ ਹਜ਼ੂਰ ਨੇ ਹੁਕਮ ਕੀਤਾ ਕਿ ਭਾਈ ਸਾਹਿਬ ਜੀ ਤੁਸਾਂ ਨੇ ਬਾਣੀ ਲਿਖਣੀ, ਤਾਂ ਗੁਰੂ ਚਰਨਾਂ ਵਿੱਚ ਅਰਜ਼ ਕੀਤੀ, ਗਰੀਬ ਨਵਾਜ ਮੇਰੇ ਵਿੱਚ ਸਮਰੱਥਾ ਨਹੀਂ ਹੈ ਕਿ ਆਪ ਜੀ ਬਾਣੀ ਬੋਲੋ ਤੇ ਮੈਂ ਨਾਲ ਦੇ ਨਾਲ ਸੁੰਦਰ ਬਾਣੀ ਨੂੰ ਲਿਖ ਸਕਾਂ, ਮੇਰੇ 'ਚ ਸਮਰੱਥਾ ਨਹੀਂ। ਸਤਿਗੁਰੂ ਪਾਤਸ਼ਾਹ ਜੀ ਨੇ ਵਚਨ ਕੀਤਾ, ਕਹਿੰਦੇ ਭਾਈ ਸਾਹਿਬ ਜੀ ਤੁਹਾਡਾ ਤਾਂ ਸਿਰਫ ਬਹਾਨਾ ਹੈ, ਇਹ ਕਲਮ ਅਗੰਮੀ ਚੱਲੇਗੀ, ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ। ਇਹ ਰੱਬੀ ਬਾਣੀ ਹੈ, ਇਹ ਰੱਬੀ ਅਲਹਾਮ, ਇਹ ਰੱਬੀ ਹੁਕਮ ਹੈ, ਇਹ ਖੁਦਾਈ ਪੈਗਾਮ ਜਿਹੜਾ ਹੈ, ਇਹਦੇ ਵਾਸਤੇ ਤੁਹਾਨੂੰ ਸੋਚਣ ਦੀ ਲੋੜ ਨਹੀਂ। ਜਿਸ ਨੇ ਬਰਕਤ ਬਖਸ਼ਣੀ ਹੈ ਫਿਕਰ ਉਸ ਨੂੰ ਹੈ, ਉਹਨੇ ਪ੍ਰਬੰਧ ਕੀਤੇ ਨੇ। ਤੁਸੀਂ ਬੈਠਣਾ ਹੈ, ਕਲਮ ਅਗੰਮੀ ਚੱਲੇਗੀ ਤੇ ਤੁਸੀਂ ਵੇਖਣਾ ਅਚਰਜ ਹੋਵੋਗੇ ਇਹ ਕੌਤਕ ਵੇਖ ਕੇ। ਪਹਿਲੇ ਦਿਨ ਸਤਿਗੁਰੂ ਪਾਤਸ਼ਾਹ ਜੀ ਨੇ ਜਿਸ ਵੇਲੇ ਰਾਮਸਰ ਸਾਹਿਬ ਜੀ ਦੇ ਅਸਥਾਨ ਤੇ ਸੁੰਦਰ ਪ੍ਰਬੰਧ ਕੀਤਾ, ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਜਿਤਨੀ ਬਾਣੀ ਲਿਖਤ ਰੂਪ ਵਿੱਚ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਪਹਿਲੇ ਪ੍ਰਕਾਸ਼ ਤੋਂ ਭਾਵ ਇਹ ਹੈ ਕਿ ਇਸ ਮਾਤ ਲੋਕ ਦੀ ਧਰਤੀ ਤੇ ਸੱਚਖੰਡ ਦਾ ਨਕਸ਼ਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਦੋਂ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਤਿਆਰ ਕੀਤਾ ਤੇ ਫਿਰ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਜਿਤਨੀ ਬਾਣੀ ਉਚਾਰਨ ਕੀਤੀ ਹੋਈ ਸੀ, ਜਿੰਨੀ ਕੁ ਲਿਖਤ ਰੂਪ ਵਿੱਚ ਸੀ, ਉਹ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਤੋਂ ਸਾਹਿਬ ਅਮਰਦਾਸ ਮਹਾਰਾਜ ਦੇ ਪਾਸ ਪਹੁੰਚੀ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਤਿਗੁਰਾਂ ਦੀ ਪਵਿੱਤਰ ਬਾਣੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੇ ਆਪਣੀ ਬਾਣੀ ਜਿਤਨੀ ਕੁ ਮੇਰੇ ਹਜ਼ੂਰ ਦੀ ਬਖਸ਼ਿਸ਼ ਸੀ, ਉਹ ਆਪ ਜੀ ਨੇ ਕਿਰਪਾ ਕਰਕੇ ਭਾਈ ਸੰਸਰਾਮ ਜੀ ਦੇ ਕੋਲੋਂ ਲਿਖਾਰੀ ਲਾ ਕਰਕੇ ਗੁਰੂ ਅਮਰਦਾਸ ਨੇ ਲਿਖਾਈ ਸੀ। ਔਰ ਜ਼ਿਕਰ ਮਿਲਦਾ ਕਿ ਉਹ 2 ਪੋਥੀਆਂ ਤਿਆਰ ਹੋਈਆਂ। ਸੰਸਰਾਮ ਜੀ ਨੇ, ਜੋ ਕਿ ਸਾਹਿਬ ਗੁਰੂ ਅਮਰਦਾਸ ਦੇ ਵੱਡੇ ਸਾਹਿਬਜ਼ਾਦਾ ਮੋਹਣ ਜੀ ਦੇ ਸੁਪੁੱਤਰ ਸਨ, ਉਹਨਾਂ ਤੋਂ ਗੁਰੂ ਸਾਹਿਬ ਲਿਖਾ ਕਰਕੇ ਉਹਨਾਂ ਦੇ ਘਰ ਸੰਭਾਲੀ ਹੋਈ ਸੀ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਜਦੋਂ ਇਹ ਪ੍ਰੋਗਰਾਮ ਉਲੀਕਿਆ, ਕਾਰਨ ਬਹੁਤ ਬਣ ਗਏ ਸਨ, ਕਿਉਂਕਿ ਬਹੁਤ ਦੰਭੀ ਪਖੰਡੀ ਲੋਕ ਆਪਣਾ ਮਤਲਬ ਹੱਲ ਕਰਨ ਵਾਸਤੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਲੈ ਕਰਕੇ ਆਪਣੇ ਟੋਟਕੇ ਬਣਾ ਕਰਕੇ ਕਵਿਤਾ ਦੇ ਦੁਨੀਆ ਨੂੰ ਗੁੰਮਰਾਹ ਕਰਨ ਲੱਗ ਪਏ ਸਨ। ਸਿੱਖ ਸੰਗਤਾਂ ਵਿੱਚ ਇਸ ਗੱਲ ਦਾ ਭਰਮ ਸੀ ਕਿ ਮਹਾਰਾਜ ਸਾਨੂੰ ਕੀ ਪਤਾ ਲੱਗੇ ਅਣਜਾਣਾ ਨੂੰ ਕਿ ਗੁਰੂ ਦੀ ਬਾਣੀ ਕਿਹੜੀ ਹੈ ਤੇ ਇਹਨਾਂ ਲੋਕਾਂ ਦੀ ਕੱਚੀ ਬਾਣੀ ਕਿਹੜੀ ਹੈ। ਸਾਹਿਬ ਗੁਰੂ ਅਰਜਨ ਦੇਵ ਸਾਹਿਬ ਨੇ ਮਹਾਨ ਬਖਸ਼ਿਸ਼ ਕੀਤੀ, ਗੁਰਬਾਣੀ ਨੂੰ ਨਿਰੋਲ ਤੇ ਅਖੰਡ ਰੱਖਣ ਵਾਸਤੇ ਮਹਾਨ ਉਪਰਾਲਾ ਕੀਤਾ। ਇਸ ਲਈ ਯਤਨ ਸ਼ੁਰੂ ਜਦੋਂ ਕੀਤੇ ਨੇ ਤਾਂ ਇਹ ਪਹਿਲਾ ਯਤਨ ਸੀ ਕਿ ਸ੍ਰੀ ਗੋਇੰਦਵਾਲ ਸਾਹਿਬ ਜੀ ਤੋਂ ਵੱਡਿਆਂ ਸਤਿਗੁਰਾਂ ਦੀ ਬਾਣੀ ਪ੍ਰਾਪਤ ਕੀਤੀ ਜਾਏ। ਜਦੋਂ ਸੰਗਤ ਵਿੱਚ ਗੁਰੂ ਸਾਹਿਬ ਨੇ ਇਹ ਵਿਚਾਰ ਕੀਤਾ, ਪਰਮ ਸਿੱਖ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਮਹਾਰਾਜ ਮੈਨੂੰ ਸੇਵਾ ਬਖਸ਼ੋ, ਮੈਂ ਗੋਇੰਦਵਾਲ ਸਾਹਿਬ ਤੋਂ ਜਾ ਕੇ ਪੋਥੀਆਂ ਲਿਆਉਣਾ ਮੋਹਣ ਜੀ ਦੇ ਕੋਲ। ਮੋਹਣ ਜੀ ਗੁਰੂ ਦੇ ਸਾਹਿਬਜ਼ਾਦੇ ਸਨ ਔਰ ਇਹ ਸਮਾਧੀ ਵਿੱਚ ਜ਼ਿਆਦਾ ਇਸਤਤ ਰਹਿੰਦੇ ਸਨ। ਇਹਨਾਂ ਨੇ ਆਪਣੇ ਚੁਬਾਰੇ ਵਿੱਚ ਕੁੰਡੀ ਲਾ ਕਰਕੇ ਸਮਾਧੀ ਲਾਈ ਹੋਈ ਸੀ।
ਇਹ ਮਰਜ਼ੀ ਨਾਲ ਆਪਣੀ ਕੁੰਡੀ ਖੋਲ੍ਹਿਆ ਕਰਦੇ, ਬਾਹਰ ਵਿਚਰਦੇ, ਨਹੀਂ ਤਾਂ ਸਮਾਧੀ ਲੀਨ ਰਹਿੰਦੇ। ਸੋ ਬਾਬਾ ਬੁੱਢਾ ਸਾਹਿਬ ਜੀ ਗਏ ਨੇ, ਜਾ ਕਰਕੇ ਯਤਨ ਕੀਤਾ, ਆਵਾਜ਼ਾਂ ਮਾਰੀਆਂ ਨੇ, ਅਖੀਰ ਪੁਰਾਣੇ ਦਰਵਾਜ਼ੇ ਸਨ, ਚੂਥੀ ਪੁੱਟ ਕੇ ਅੰਦਰ ਚਲੇ ਗਏ ਦਰਵਾਜ਼ੇ ਦੀ। ਅੰਦਰ ਜਾ ਕਰਕੇ ਮੋਹਣ ਜੀ ਨੂੰ ਹਿਲਾਉਂਦੇ ਨੇ, ਕਹਿੰਦੇ ਜਿਵੇਂ ਲੱਕੜ ਦਾ ਸਰੀਰ ਹੁੰਦਾ ਨਾ, ਜਿੱਧਰ ਹਿਲਾਉਣ ਉਸੇ ਤਰ੍ਹਾਂ ਹੀ ਸਮਾਧੀ ਨਾ ਖੁੱਲੇ। ਬਾਬਾ ਜੀ ਦੀ ਆਵਾਜ਼ ਸੁਣ ਕਰਕੇ ਮੋਹਰੀ ਜੀ ਆ ਗਏ ਤੇ ਕਹਿਣ ਲੱਗੇ, ਬਾਬਾ ਸਾਹਿਬ ਜੀ ਇਹ ਮਸਤ ਸੁਭਾਅ ਨੇ, ਇਹਨਾਂ ਦਾ ਕੋਈ ਪਤਾ ਨਹੀਂ, ਕਿਸੇ ਦਾ ਮਾਣ ਸਤਿਕਾਰ ਦਾ ਪਤਾ ਨਹੀਂ, ਕਿਹੜੇ ਵੇਲੇ ਕੀ ਕਹਿਣ। ਇਸ ਵਾਸਤੇ ਤੁਸੀਂ ਬਾਬਾ ਜੀ ਇਹਨਾਂ ਨੂੰ ਨਾ ਤੰਗ ਕਰੋ, ਪਤਾ ਨਹੀਂ ਅਬਲ ਤਾਂ ਸਮਾਧੀ ਨਹੀਂ ਖੁੱਲ, ਜੇ ਖੁੱਲ ਗਈ ਤੇ ਪਤਾ ਨਹੀਂ ਕੀ ਬਚਨ ਕਰ ਦੇਣ, ਜੋ ਕਰ ਦੇਣਗੇ ਸੱਚ ਹੋਣਾ ਹੈ। ਇਸ ਵਾਸਤੇ ਤੁਸੀਂ ਸੋ ਕਿਰਪਾ ਕਰੋ ਤੇ ਇਹਨਾਂ ਨੂੰ ਨਾ ਜ਼ਿਆਦਾ ਪਰੇਸ਼ਾਨ ਕਰੋ। ਬਾਬਾ ਸਾਹਿਬ ਜੀ ਆ ਗਏ। ਭਾਈ ਗੁਰਦਾਸ ਸਾਹਿਬ ਜੀ ਨੇ ਮੈਂ ਯਤਨ ਕੀਤਾ, ਕੋਈ ਯਤਨ ਨਹੀਂ ਚੱਲਿਆ। ਸਾਹਿਬ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀ, ਇਹ ਜੋ ਪਾਵਨ ਪਵਿੱਤਰ ਸ਼ਬਦ ਪੜ੍ਹੇ ਗਏ ਨੇ, ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਗੁਰਬਾਣੀ ਦਾ ਜਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ। ਤੋ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਆਪ ਗੁਰਬਾਣੀ ਦਾ ਇਤਨਾ ਅਦਬ ਕੀਤਾ। ਆਪ ਸਤਿਗੁਰੂ ਜੀ ਤਿਆਰ ਹੋ ਕੇ ਗਏ ਨੇ, ਔਰ ਮੌਲੀ ਸਾਹਿਬ ਗਏ, ਇਸ਼ਨਾਨ ਕੀਤਾ, ਗੁਰੂ ਚਰਨਾਂ ਦੇ ਵਿੱਚ ਸੋ ਸਤਿਗੁਰੂ ਜੀ ਧਿਆਨ ਨਿਰੰਤਰ ਹੋ ਕਰਕੇ ਬੈਠੇ ਨੇ। ਤੋ ਜ਼ਿਕਰ ਮਿਲਦਾ ਹੈ ਕਿ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਅਮਰਦਾਸ ਮਹਾਰਾਜ ਸਤਿਗੁਰਾਂ ਦੇ ਦਰਸ਼ਨ ਹੋਇਆ, ਤਾਂ ਉਸ ਵੇਲੇ ਅਰਜ਼ ਕੀਤੀ ਹੈ ਤੇ ਸਤਿਗੁਰਾਂ ਨੇ ਬਚਨ ਕੀਤਾ ਕਿ ਉਹ ਰੁੱਖੇ ਸੁਭਾਅ ਦੇ ਨੇ, ਥੋੜਾ ਜਰ ਜਾਇਓ, ਕਾਰਜ ਹੋ ਜਾਏਗਾ। ਅਮਰਦਾਸ ਮਹਾਰਾਜ ਦੀ ਇਉਂ ਜਦੋਂ ਪ੍ਰੇਰਨਾ ਮਿਲ ਗਈ, ਗੁਰੂ ਪਾਤਸ਼ਾਹ ਜੀ ਸੋ ਮੋਹਨ ਜੀ ਦੇ ਚੁਬਾਰੇ ਦੀ ਗਲੀ ਵਿੱਚ ਆਏ ਨੇ ਅਤੇ ਹਜੂਰ ਬਾਣੀ ਦੇ ਵਾਸਤੇ, ਸਾਡੇ ਕਲਯੁਗ ਜੀਵਾਂ ਦੇ ਭਲੇ ਵਾਸਤੇ ਗਰੀਬ ਨਵਾਜ ਪਾਤਸ਼ਾਹ ਗਲੀ ਦੇ ਵਿੱਚ ਬੈਠ ਕਰਕੇ ਤਾਨਪੂਰਾ ਸੁਰ ਕੀਤਾ ਹੈ, ਸ਼ਬਦ ਗਾਉਣਾ ਸ਼ੁਰੂ ਕੀਤਾ। ਹਜੂਰ ਪਾਤਸ਼ਾਹ ਜੀ ਨੇ ਪਹਿਲਾ ਪਦ ਗਾਇਆ ਹੈ ਸ਼ਬਦ ਦਾ, ਮੋਹਨ ਤੇਰੇ ਉੱਚੇ ਮਹਿਲ ਅਪਾਰਾ। ਪਹਿਲਾ ਜਦੋਂ ਪਦ ਉਚਾਰਨ ਕੀਤਾ ਤਾਂ ਉਸ ਵੇਲੇ ਇਹਦੀ ਸਮਾਧੀ ਖੁੱਲ ਗਈ, ਜਿਸ ਨੂੰ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ ਖੋਲ ਨਹੀਂ ਸਕੇ ਸਨ। ਬਾਰੀ ਦੇ ਵਿੱਚ ਦੀ ਜਦੋਂ ਦੇਖਿਆ ਤੇ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਬੈਠੇ ਆ। ਪਹਿਲਾਂ ਤਾਂ ਕਈ ਰੁੱਖੇ ਬਚਨ ਬੋਲੇ, ਉਪਰੰਤ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੀ ਰੂਹਾਨੀ ਸ਼ਕਤੀ ਦੇ ਨਾਲ ਜਿੱਥੇ ਸਮਾਧੀ ਖੁੱਲੀ, ਉੱਥੇ ਮਨ ਵਿੱਚ ਭੈ ਤੇ ਅਦਬ ਵੀ ਆਇਆ। ਸਤਿਕਾਰ ਨਾਲ ਉੱਠੇ ਨੇ, ਉੱਠ ਕਰਕੇ ਸੋ ਦੋਨੋਂ ਹੀ ਪੋਥੀਆਂ ਲਿਆ ਕਰਕੇ ਗੁਰੂ ਸਾਹਿਬ ਨੂੰ ਹਾਜ਼ਰ ਕੀਤੀਆਂ, ਨਾਲੇ ਗੁਰੂ ਚਰਨਾਂ 'ਚ ਨਮਸਕਾਰ ਕੀਤੀ। ਤੋ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਇਉਂ ਸੋਹਣੀ ਸੁੰਦਰ ਸੁਖਪਾਲ ਕੀ ਸਜਾ ਕੇ ਉਹਦੇ ਵਿੱਚ ਪੋਥੀਆਂ ਸਜਾਈਆਂ, ਅਤੇ ਸਤਿਗੁਰੂ ਪਾਤਸ਼ਾਹ ਜੀ ਬੜੇ ਅਦਬ ਵਿੱਚ ਆਪ ਨੰਗੇ ਪੈਰੀਂ ਚੌਰ ਕਰਦੇ ਹੋਏ ਗੁਰਸਿੱਖਾਂ ਨੇ ਇਸ ਪ੍ਰਕਾਰ ਪਾਲਕੀ ਚੁੱਕੀ ਹੈ, ਅਤੇ ਸੋ ਅੰਮ੍ਰਿਤਸਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਲੈ ਕੇ ਪਹੁੰਚੇ ਨੇ। ਜਦੋਂ ਸ੍ਰੀ ਗੋਇੰਦਵਾਲ ਸਾਹਿਬ ਇਸ ਪ੍ਰਕਾਰ ਜਾ ਕੇ ਦਰਸ਼ਨ ਕਰੀਏ ਤਾਂ ਅਜੇ ਤੱਕ ਵੀ ਉੱਥੇ ਜਦੋਂ ਦਰਸ਼ਨ ਕੀਤੇ ਸਨ, ਉਹ ਪਾਲਕੀ ਸੁਸ਼ੋਭਿਤ ਸੀ ਕਿ ਐਸ ਪਾਲਕੀ ਵਿੱਚ ਮਹਾਰਾਜ ਸਤਿਗੁਰੂ ਜੀ ਪੋਥੀਆਂ ਲੈ ਕੇ ਗਏ ਸਨ। ਇਸ ਪ੍ਰਕਾਰ ਸਾਹਿਬ ਅਮਰਦਾਸ ਸਤਿਗੁਰਾਂ ਦੇ ਥੋੜੇ ਕੇਸ ਵੀ ਰੱਖੇ ਹੋਏ ਸਨ ਨਿਸ਼ਾਨੀ ਰੂਪ ਵਿੱਚ, ਉਦੋਂ ਦਰਸ਼ਨ ਹੀ ਕੀਤੇ ਸੀ ਮਹਾਂਪੁਰਖਾਂ ਦੇ ਨਾਲ। ਤੋਂ ਗਰੀਬ ਨਵਾਜ ਪਾਤਸ਼ਾਹ ਜੀ ਜਦੋਂ ਪੋਥੀਆਂ ਲੈ ਕਰਕੇ ਪਹੁੰਚੇ ਨੇ, ਦੁੱਖ ਭੰਜਨੀ ਬੇਰੀ ਉਸ ਦੇ ਨਾਲ ਜਿਹੜਾ ਥੜਾ ਬਣਿਆ, ਉਸ ਥੜੇ ਦੇ ਉੱਪਰ ਇੱਕ ਸੰਗਮਰਮਰ ਦਾ ਮੰਜੀ ਸਾਹਿਬ ਬਣਾਇਆ ਹੋਇਆ ਹੈ, ਉੱਥੇ ਜਾ ਕਰਕੇ ਪਾਲਕੀ ਸਾਹਿਬ ਰੱਖੀ ਹੈ। ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਪਾਵਨ ਪਵਿੱਤਰ ਪੋਥੀਆਂ ਦੇ ਸਤਿਕਾਰ ਵਿੱਚ ਬੈਠੇ, ਉੱਥੇ ਦੀਵਾਨ ਸਜਾਇਆ, ਸਾਰੀ ਰਾਤ ਕੀਰਤਨ ਹੋਇਆ। ਤੇ ਇਸ ਤਰੀਕੇ ਦੇ ਨਾਲ ਤੇ ਉੱਥੇ ਫਿਰ ਮੇਰੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਜਦੋਂ ਪੋਥੀ ਸਾਹਿਬ ਖੋਲ ਕਰਕੇ ਪ੍ਰਕਾਸ਼ ਕਰਕੇ ਦਰਸ਼ਨ ਕੀਤਾ, ਉੱਥੇ ਫਿਰ ਬਾਣੀ ਦਾ ਸ਼ਬਦ ਉਚਾਰਨ ਕੀਤਾ ਹੈ। ਗਰੀਬ ਨਵਾਜ ਪਾਤਸ਼ਾਹ ਗਰੀਬ ਹਮ ਤਨਵੰਤ ਭਾਗੜ ਸਚ ਨਾਏ, ਹਰ ਗੁਣ ਗਾਵੇਂ ਸਹਿਜ ਸੁਭਾਏ, ਪਿਉ ਦਾਤੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰਾ ਮਨ ਭਾਇਆ ਨਿਧਾਨਾ, ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੇਂ ਖਰਚਾ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਹੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਇਹ ਤਾਂ ਖਜ਼ਾਨੇ ਲਿਆ ਰਲਾਏ। ਇਹ ਸ਼ਬਦ ਮਹਾਰਾਜ ਨੇ ਉਸ ਵੇਲੇ ਉਚਾਰਨ ਕੀਤਾ। ਸਾਨੂੰ ਮਹਾਂਪੁਰਖਾਂ, ਸੱਚਖੰਡ ਵਾਸੀ ਮਹਾਂਪੁਰਖਾਂ ਨੇ
ਇਹ ਕਥਾ ਵਿੱਚ ਪੜਾਇਆ। तो महाराज महान प्रसन्नता ते खुशी की। इਉਂ मेरे सतगुरु पातशाह ने बाणी ਨੂੰ ਇਕੱਤਰ ਕਰਕੇ ਰਾਮਸਰ ਸਾਹਿਬ ਜੀ ਦੇ ਪਾਵਨ ਅਸਥਾਨ ਤੇ ਉਹਨੂੰ ਸਰੋਵਰ ਦਾ ਰੂਪ ਦਿੱਤਾ। ਤੰਬੂ ਆਦਿਕ ਸਜਾ ਕੇ ਪ੍ਰਬੰਧ ਕੀਤਾ। ਸਿਆਹੀ ਦਾ ਕਾਗਜ਼ ਦਾ ਪ੍ਰਬੰਧ ਕੀਤਾ। ਚੌਂਕੀ ਜਿਸ ਤੇ ਬੈਠ ਕਰਕੇ ਲਿਖਣਾ ਸੀ, ਸਾਰੇ ਪ੍ਰਬੰਧ ਕਰਕੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਹੈ, ਜੋ ਧੁਰ ਕੀ ਬਾਣੀ ਆਈ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਉਹ ਮੇਰੇ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਜਿਹੜੀ ਸੀ, ਇਉਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਨੂੰ ਲੁਖਾਰੀ ਲਾਇਆ ਹੈ। ਕਵੀ ਜੀ ਨੇ ਬੜਾ ਸੁੰਦਰ ਨਕਸ਼ਾ ਬੰਦਾ ਹੈ ਕਿ ਗੁਰੂ ਸਾਹਿਬ ਨੇ ਉਸ ਤੰਬੂ ਦੇ ਵਿੱਚ ਪੋਰਸ਼ਨ ਬਣਾਇਆ, ਜਿੱਥੇ ਗੁਰੂ ਸਾਹਿਬ ਬੈਠਦੇ ਉਹ ਇਕਾਂਤ ਸੀ, ਉਹਦੇ ਅੱਗੇ ਪੜਦਾ ਹੈ। ਉਸ ਪੜਦੇ ਦੇ ਮੂਹਰੇ ਭਾਈ ਗੁਰਦਾਸ ਸਾਹਿਬ ਜੀ ਬੈਠੇ ਨੇ। ਸਾਰਾ ਸਮਾਨ ਲੈ ਕਰਕੇ ਗੁਰੂ ਸਾਹਿਬ ਜੀ ਬਾਣੀ ਉਚਾਰਦੇ ਨੇ, ਭਾਈ ਸਾਹਿਬ ਜੀ ਲਿਖਦੇ ਆ। ਇਸ ਤਰੀਕੇ ਦੇ ਨਾਲ ਮੇਰੇ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰੱਬੀ ਬਾਣੀ, ਧੁਰ ਕੀ ਬਾਣੀ ਜਿਹੜੀ ਗੁਰੂ ਸਾਹਿਬ ਨੇ ਆਰੰਭ ਕੀਤੀ ਅਤੇ ਇਸ ਨੂੰ ਸੰਪੂਰਨ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਾਜਿਆ। ਤਾਂ ਐਸੇ ਮੇਰੇ ਸ਼ਹਿਨਸ਼ਾਹ ਪਿਤਾ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦਾ ਭਾਵ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮਹਾਰਾਜ ਨੇ ਸਾਜ ਕੇ ਜਦੋਂ ਪਹਿਲੀ ਵਾਰ ਪ੍ਰਕਾਸ਼ ਕੀਤਾ ਹਰਿਮੰਦਰ ਸਾਹਿਬ, ਉਹਨੂੰ ਕਹੀਦਾ ਪਹਿਲਾ ਪ੍ਰਕਾਸ਼। ਕਈਆਂ ਨੂੰ ਇਹ ਖਿਆਲ ਹੁੰਦਾ ਜੀ ਪਹਿਲਾ ਪ੍ਰਕਾਸ਼ ਦਾ ਕੀ ਅਰਥ ਹੈ। ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੀ ਵਾਰ ਹਰਿਮੰਦਰ ਸਾਹਿਬ ਜਦੋਂ ਪ੍ਰਕਾਸ਼ ਹੋਇਆ ਤੇ ਫਿਰ ਲਗਾਤਾਰ ਸ਼ੁਰੂ ਹੋਇਆ, ਉਹ ਗੁਰਪੁਰਬ ਦਾ ਦਿਨ ਜਿਹੜਾ ਹੈ ਅਸੀਂ ਮਨਾ ਰਹੇ ਹਾਂ। ਗੁਰੂ ਕਿਰਪਾ ਦੇ ਨਾਲ ਕੱਲ੍ਹ ਤੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹਨ। ਕੱਲ੍ਹ ਨੂੰ ਸਵੇਰ ਨੂੰ ਭੋਗ ਪੈਣੇ ਹਨ। ਭਾਈ ਸਾਹਿਬ ਸੋਣਾ ਨੇ ਪ੍ਰੋਗਰਾਮ ਸਾਰਾ ਸੰਗਤਾਂ ਨੂੰ ਇਸ ਪਰ ਅਨਾਉਂਸ ਕੀਤਾ ਹੈ। ਗੁਰੂ ਬਖਸ਼ਿਸ਼ ਕਰਨ, ਪ੍ਰੇਮ ਦੇ ਨਾਲ ਸਾਰੀਆਂ ਸੰਗਤਾਂ ਪ੍ਰੇਮ ਨਾਲ ਨਿਭਾਉਣ। ਲੰਗਰ ਗੁਰੂ ਪਾਤਸ਼ਾਹ ਦੇ ਸੱਜ ਰਹੇ ਨੇ, ਪ੍ਰੇਮ ਨਾਲ ਸ਼ਰਧਾਲੂ ਸੰਗਤਾਂ ਸੇਵਾ ਕਰ ਰਹੀਆਂ ਨੇ। ਤਾਂ ਇਹ ਬਾਣੀ ਜੋ ਮੇਰੇ ਸ਼ਹਿਨਸ਼ਾਹ ਪਿਤਾ ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਸਾਨੂੰ ਪ੍ਰਾਪਤ ਹੋਈ ਹੈ, ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ ਆਪਾਂ ਸੋ ਆਰੰਭ ਕੀਤਾ ਹੈ। ਔਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ। ਜਦੋਂ ਸਤਿਕਾਰਯੋਗ ਪਿਤਾ ਜੀ ਨੇ ਦੇਖਿਆ 5 ਸਾਲ ਦੀ ਉਮਰ ਹੋ ਗਈ, ਸੋ ਬੱਚੇ ਨੂੰ ਵਿਦਿਆ ਪੜ੍ਹਾਉਣੀ ਚਾਹੀਦੀ। ਗੋਪਾਲ ਪਾਂਧੇ ਦੇ ਪਾਸ ਸੋ ਪੜ੍ਹਾਉਣ ਵਾਸਤੇ ਵਿਦਿਆ ਪੜ੍ਹਾਉਣ ਲਈ ਲੈ ਕੇ ਗਏ ਨੇ ਤੇ ਬਿਠਾ ਕੇ ਆਏ ਨੇ। ਸੋ ਇਸ ਪ੍ਰਕਾਰ ਹੁਕਮ ਕੀਤਾ ਤੁਸੀਂ ਹੁਣ ਬੈਠੋ ਵਿਦਿਆ ਪੜ੍ਹੋ ਪਾਂਧਾ ਜੀ ਦੇ ਕੋਲੋਂ। ਪਿਤਾ ਜੀ ਦਾ ਬਚਨ ਮੰਨ ਕਰਕੇ ਜੋ ਪਾਂਧਾ ਜੀ ਕਹਿੰਦੇ ਨਾਲੋਂ ਨਾਲ ਪੜ੍ਹੀ ਗਏ। ਘਰ ਆਏ ਹਨ, ਆਣ ਕੇ ਜਦੋਂ ਪੁੱਛਿਆ ਘਰ ਮਾਤਾ ਜੀ ਕੀ ਪੜ੍ਹਿਆ, ਪਹਾੜੇ ਸੁਣਾ ਦਿੱਤੇ ਜੋ ਵੀ ਪੜ੍ਹਾਏ ਸਨ। ਹੁਣ ਦੂਸਰੇ ਦਿਨ ਤਿਆਰ ਕਰਕੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਜਿਸ ਵੇਲੇ ਪਿਤਾ ਜੀ ਪਾਠਸ਼ਾਲਾ ਵਿੱਚ ਛੱਡ ਕੇ ਵਾਪਸ ਆ ਗਏ ਨੇ, ਪਾਂਧਾ ਬੜਾ ਖੁਸ਼ ਹੈ। ਸਤਿਗੁਰਾਂ ਦੇ ਪਿਤਾ ਜੀ ਦੇ ਨਾਲ ਬੜੀ ਸ਼ੋਭਾ ਕੀਤੀ, ਬੱਚਾ ਤੁਹਾਡਾ ਬੜਾ ਸਿਆਣਾ, ਬਹੁਤ ਛੇਤੀ ਪੜ੍ਹ ਜਾਏਗਾ। ਪਾਂਧਾ ਮਨ ਵਿੱਚ ਖੁਸ਼ ਹੈ, ਕਿਉਂਕਿ ਜਿੱਥੋਂ ਤੱਕ ਬੁੱਧੀ ਮੰਡਲ ਸੋਚ ਸਕਦੀ ਪਹਿਲਾਂ ਓਨਾ ਹੀ ਸੋਚਦੀ ਹੈ। ਪਾਂਧੇ ਨੇ ਸੋਚਿਆ ਇਹ ਬੱਚਾ ਬਹੁਤ ਛੇਤੀ ਪੜ੍ਹ ਜਾਏਗਾ। ਔਰ ਸੋ ਮਹਿਤਾ ਕਾਲੂ ਜੀ ਪਟਵਾਰੀ ਹਨ, ਮੈਨੂੰ ਬਹੁਤ ਇਨਾਮ ਮਿਲੇਗਾ, ਪਹਿਲਾਂ ਇੰਨੀ ਸੋਚ ਹੀ ਸੀ। ਤਾਂ ਇਉਂ ਬੜੀ ਜਿਸ ਵੇਲੇ ਮਹਿਮਾ ਕੀਤੀ ਹੈ, ਸੋ ਸਤਿਗੁਰਾਂ ਦੇ ਪਿਤਾ ਜੀ ਖੁਸ਼ ਹੋ ਕੇ ਵਾਪਸ ਚਲੇ ਗਏ ਨੇ। ਬਾਲਕ ਨੂੰ ਦੂਜੇ ਬਾਲਕਾਂ ਤੋਂ ਵੱਖਰਾ ਬਿਠਾ ਕਰਕੇ ਹਿਸਾਬ ਲਿਖਾਉਣਾ ਸ਼ੁਰੂ ਕੀਤਾ ਹੈ। ਸੋ ਜੋੜ ਘਟਾਓ ਆਦਿਕ ਕਰਨਾ, ਲੇਖਾ ਪੱਤਾ ਸਮਝਾਉਣਾ ਜਦੋਂ ਕੋਸ਼ਿਸ਼ ਕਰਨ ਲੱਗੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬੁਲਾਉਂਦੇ ਨੇ, ਗੁਰੂ ਸਾਹਿਬ ਜੀ ਚੁੱਪ ਕਰਕੇ ਬੈਠ ਗਏ। ਧੰਨ ਗੁਰੂ ਨਾਨਕ ਸਾਹਿਬ ਬੋਲਦੇ ਨਹੀਂ। ਹੁਣ ਪਾਂਧੇ ਨੇ ਪ੍ਰੇਰਨਾ ਕੀਤੀ, ਆ ਦੇਖੋ ਦੂਸਰੇ ਬਾਲਕ ਪੜ੍ਹਦੇ ਨੇ, ਤੁਸੀਂ ਕਿਉਂ ਨਹੀਂ ਪੜ੍ਹਦੇ? ਕੱਲ ਬਹੁਤ ਸੋਹਣਾ ਪੜ੍ਹ ਗਏ ਸੀ, ਅੱਜ ਕੀ ਗੱਲ ਹੋ ਗਈ? ਫਿਰ ਨਾਲ ਦੇ ਨਾਲ ਬਚਨ ਕੀਤਾ, ਸੋ ਤੁਸੀਂ ਬਾਲਕ ਹੋ, ਪੜ੍ਹਨ ਆਏ ਹੋ, ਵਿਦਿਆ ਪੜ੍ਹੋ, ਨਹੀਂ ਤੇ ਮੈਂ ਛੂਛਕਾ ਮਾਰਾਂਗਾ। ਤਾਂ ਜਿਸ ਵੇਲੇ ਗੁਰੂ ਪਾਤਸ਼ਾਹ ਜੀ ਨੂੰ ਇਉਂ ਕਿਹਾ ਤੇ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਬਜ਼ੁਰਗ ਪਾਂਧੇ ਦੇ ਚਿਹਰੇ ਵੱਲ ਤੱਕ ਕਰਕੇ, ਬਾਲਕ ਸਰੂਪ ਹੈ, ਸੋ ਹਜ਼ੂਰ ਜੀ ਬਰੀਕ ਜੀ ਆਵਾਜ਼ ਹੈ, ਬਚਪਨ ਹੈ ਨਾ, ਹਜ਼ੂਰ ਕਹਿੰਦੇ ਨੇ ਉਸੇ ਆਵਾਜ਼ ਵਿੱਚ ਕਿ ਪਾਂਧਾ ਜੀ ਤੁਸੀਂ ਕੀ ਪੜ੍ਹੇ ਹੋ, ਮੈਨੂੰ ਕੀ ਪੜ੍ਹਾਓਗੇ, ਔਰ ਜੋ ਪੜ੍ਹਾਓਗੇ ਮੈਨੂੰ ਫਾਇਦਾ ਕੀ ਹੋਊ? ਪਾਂਧਾ ਸਾਹਿਬ ਗੁਰੂ ਨਾਨਕ ਬਾਲਕ ਸਰੂਪ ਦੇ ਸਿਰ ਤੋਂ ਪੈਰਾਂ ਤੱਕ ਦਰਸ਼ਨ ਕਰਦਾ ਹੈ। ਅਚਰਜ ਬਾਲਕ ਹੈ, ਸੋਚਦਾ ਹੈ ਅਵਸਥਾ ਤਾਂ ਇਹਨਾਂ ਦੀ ਬਾਲਕਾਂ ਦੀ ਹੈ, ਪਰ ਇਹਨਾਂ ਦੇ ਬਚਨ ਜਿਹੜੇ ਨੇ ਇਹ ਅਗੰਮੀ ਨੇ। ਕਹਿੰਦੇ ਕਿੰਨਾ ਕੁ ਪੜ੍ਹਿਆ, ਕੀ ਪੜ੍ਹਾਏਗਾ? ਖੈਰ
ਪਾਂਧੇ ਨੇ ਕਿਹਾ, ਕਹਿੰਦੇ ਦੇਖੋ ਜੀ ਮੈਂ ਸਭ ਪਹਾੜੇ ਪੜ੍ਹਿਆ ਹੋਇਆ, ਮੈਂ ਹਿਸਾਬ ਕਿਤਾਬ ਜਾਣਦਾ ਹਾਂ, ਸੋ ਖੇਤਾਂ ਦਾ, ਕੋਠਿਆਂ ਦਾ ਹਿਸਾਬ, ਖੇਤਰਫਲ ਦਾ, ਲੇਖਾ ਪੱਤਾ ਸਭ ਕੁਝ ਮੈਂ ਇਸ ਪ੍ਰਕਾਰ ਜਾਣਦਾ ਹਾਂ, ਮੈਂ ਤੁਹਾਨੂੰ ਪੜ੍ਹਾ ਦੂੰਗਾ। ਜਦੋਂ ਪਾਂਧੇ ਨੇ ਗੁਰੂ ਨਾਨਕ ਦੇ ਸਵਾਲ ਦਾ ਜਵਾਬ ਦਿੱਤਾ ਤੇ ਗੁਰੂ ਨਾਨਕ ਸਾਹਿਬ ਨੇ ਉੱਪਰੋਂ ਹੋਰ ਸਵਾਲ ਕੀਤਾ। ਹਜੂਰ ਕਹਿੰਦੇ ਜਿਹੜੀ ਵਿਦਿਆ ਦੀ ਤੂੰ ਗੱਲ ਕਰਦਾ ਹੈ, ਇਹ ਤੇ ਮਨੁੱਖ ਨੂੰ ਦੁਨੀਆ ਦੇ ਬੰਧਨਾਂ ਵਿੱਚ ਪਾਉਂਦੀ ਹੈ। ਜਨਮ ਮਰਨ ਦੇ ਫਾਹੇ ਵਿੱਚ ਪੈਂਦਾ ਬੰਦਾ ਜਮਾਂ ਦੇ ਵਸ ਪੈਂਦਾ ਹੈ। ਇਸ ਵਾਸਤੇ ਇਹ ਵਿਦਿਆ ਅਸੀਂ ਨਹੀਂ ਪੜ੍ਹਨੀ, ਸਾਨੂੰ ਉਹ ਵਿਦਿਆ ਪੜ੍ਹਾ ਜੋ ਜਮਾਂ ਦਾ ਫਾਹਾ ਕੱਟ ਕੇ ਜਨਮ ਮਰਨ ਤੋਂ ਮੁਕਤ ਕਰ ਦੇਵੇ। ਪਾਂਧੇ ਦੇ ਮਨ 'ਚ ਅਚਰਜਤਾ ਹੋਈ ਅਤੇ ਮਨ 'ਚ ਕੁਝ ਸ਼ਰਧਾ ਵੀ ਜਾਗੀ। ਤੇ ਜਿਸ ਵੇਲੇ ਪਾਂਧਾ ਚੁੱਪ ਹੋ ਗਿਆ ਤੇ ਗੁਰੂ ਨਾਨਕ ਕਹਿੰਦੇ ਨੇ, ਪਾਂਧਾ ਹੈ ਐਸੀ ਵਿਦਿਆ? ਕਹਿੰਦਾ ਨਹੀਂ ਮਹਾਰਾਜ, ਮੈਂ ਐਸੀ ਵਿਦਿਆ ਨਹੀਂ ਜਾਣਦਾ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਲਓ ਪਾਂਧਾ ਜੀ, ਜੇ ਤੁਸੀਂ ਨਹੀਂ ਨਾ ਜਾਣਦੇ ਫਿਰ ਅਸੀਂ ਜਾਣਦੇ ਹਾਂ, ਹੁਣ ਤੁਸੀਂ ਪੜ੍ਹੋ ਤੇ ਅਸੀਂ ਤੁਹਾਨੂੰ ਪੜ੍ਹਾਉਂਦੇ ਹਾਂ। ਇਸ ਲਈ ਪਾਂਧਾ ਸ਼ਰਧਾ ਨਾਲ ਗੁਰੂ ਚਰਨਾਂ 'ਚ ਬੈਠ ਕੇ ਤੱਕਦਾ ਚਿਹਰੇ ਵੱਲ, ਵਿਸਮਾਦ ਹੈ ਤੇ ਨਾਲ ਦੇ ਨਾਲ ਮਨ ਵਿੱਚ ਜਿਗਿਆਸਾ ਵੀ ਜਾਗੀ ਹੈ। ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ, ਸਤ ਸੰਗਤ ਜੀਓ, ਇਹ ਭਾਈ ਕਵੀ ਜੀ ਨੇ ਇਹ ਜ਼ਿਕਰ ਕੀਤਾ ਕਿ ਸਾਹਿਬ ਗੁਰੂ ਨਾਨਕ ਸਾਹਿਬ ਜੀ ਦਾ ਇਹ ਗੁਰਬਾਣੀ ਦਾ ਪਹਿਲਾ ਸ਼ਬਦ ਹੈ, ਪਾਂਧੇ ਦੇ ਪਰਥਾਏ। ਜਿਸ ਬਾਣੀ ਦਾ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਵਿੱਤਰ ਪੁਰਬ ਮਨਾ ਰਹੇ ਹਾਂ, ਸਾਹਿਬ ਗੁਰੂ ਨਾਨਕ ਸਾਹਿਬ ਦੇ ਮੁਖ ਤੋਂ ਜਦੋਂ ਸ਼ੁਰੂ ਹੋਈ ਹੈ, ਉਹ ਸ਼ਬਦ ਜਿਹੜਾ ਅਸੀਂ ਵਿਚਾਰ ਕਰ ਰਹੇ ਹਾਂ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ, ਸੋ ਜਿਸ ਤਰ੍ਹਾਂ ਪਾਂਧਾ ਬੱਚਿਆਂ ਨੂੰ ਪੜ੍ਹਾਉਂਦਾ ਸੀ, ਉਸੇ ਹੀ ਅਲੰਕਾਰ ਦੇ ਵਿੱਚ ਤੁਰਕੀ ਬਾਣੀ ਦਾ ਸ਼ਬਦ ਉਚਾਰਨ ਕਰਕੇ ਤੇ ਉਹ ਲੇਖਾ ਜਿਹੜਾ ਹਿਸਾਬ ਜਮਦੂਤਾਂ ਤੋਂ ਛਡਾਉਂਦਾ ਹੈ, ਜਨਮ ਮਰਨ ਤੋਂ ਮੁਕਤ ਕਰਦਾ, ਉਹ ਸਤਿਗੁਰੂ ਜੀ ਨੇ ਲਿਖਣ ਦਾ ਸ਼ਾਹੀ ਕੈਸੀ ਚਾਹੀਦੀ, ਕਲਮ ਕਿਹੜੀ ਹੋਣੀ ਚਾਹੀਦੀ ਹੈ, ਕਾਗਜ਼ ਕਿਹੜਾ ਹੈ, ਇਹ ਮਾਹਰ ਨੇ ਪ੍ਰਕਰਨ ਜਿਹੜਾ ਇਹਦੇ ਵਿੱਚ ਰੱਖਿਆ ਹੈ, ਜਿਸ ਪ੍ਰਕਾਰ ਪਹਿਲੇ ਪਦ ਦਾ ਅਸੀਂ ਵਿਚਾਰ ਕੀਤਾ, ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ। ਦੂਜੇ ਪਦ ਦਾ ਵੀ ਵਿਚਾਰ ਹੋਇਆ। ਪਾਂਧਾ ਸਵਾਲ ਕਰਦਾ ਹੈ, ਗੁਰੂ ਨਾਨਕ ਸਾਹਿਬ ਬਾਣੀ ਦੇ ਵਿੱਚ ਉਸ ਦਾ ਜਵਾਬ ਦਿੰਦੇ ਹਨ। ਤੋ ਸਤਿਗੁਰੂ ਪਾਤਸ਼ਾਹ ਗਰੀਬ ਨਵਾਜ ਬਖਸ਼ਿਸ਼ ਕਰਦੇ ਨੇ। ਤੋ ਆਓ ਪਿਆਰ ਪੂਰਵਕ ਧੰਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜਿਹੜਾ ਸ਼ਬਦ ਇੱਕ ਉਚਾਰਨ ਕਰਕੇ ਗੋਪਾਲ ਪਾਂਧੇ ਦਾ ਭਰਮ ਮੇਟ ਕਰਕੇ, ਅਗਿਆਨ ਦਾ ਅੰਧਕਾਰ ਚੱਕ ਕਰਕੇ ਗਿਆਨ ਦਾ ਪ੍ਰਕਾਸ਼ ਕੀਤਾ, ਉਸ ਪਾਵਨ ਸ਼ਬਦ ਵਿੱਚ ਆਪਣੀ ਸੁਰਤ ਜੋੜੀਏ, ਮੁਖ ਨੂੰ ਪਵਿੱਤਰ ਕਰੀਏ, ਉਚਾਰਨ ਕਰੀਏ, ਸਤਨਾਮ ਸ੍ਰੀ ਵਾਹਿਗੁਰੂ ਜੀ। ਚੌਪਈ ਬਿਸਰੈ ਬੈਸ ਬਿਹਾਵਹਿ ਸਭੀ। ਤੋ ਪਾਂਧਾ ਬੇਨਤੀ ਕਰਦਾ ਕਿ ਮਹਾਰਾਜ, ਸੋ ਜਿਹੜੇ ਦੁਨੀਆ ਵਿੱਚ ਰਾਜੇ ਮਹਾਰਾਜੇ ਲੋਕ ਨੇ, ਸੋ ਇਸ ਪ੍ਰਕਾਰ ਤੇ ਉਹ ਸਾਰੀ ਉਮਰ ਸੁੱਖ ਭੋਗਦੇ ਨੇ ਤੇ ਪਰਮੇਸ਼ਵਰ ਨੂੰ ਭੁਲਾ ਦਿੰਦੇ ਨੇ, ਕਦੇ ਯਾਦ ਨਹੀਂ ਕਰਦੇ। ਸਾਰੀ ਉਮਰ ਇਸੇ ਤਰ੍ਹਾਂ ਹੀ ਸੋ ਮਾਇਆ ਤੇ ਪਦਾਰਥਾਂ ਦੇ ਸੁੱਖਾਂ ਵਿੱਚ ਗੁਜ਼ਾਰਦੇ ਹਨ। ਜੋ ਨਾਮ ਨ ਚਿਤ ਮਹਿ ਬਿਤਵਿਓ ਕਬਹੀ, ਉਹ ਕਦੇ ਵੀ ਪਰਮੇਸ਼ਵਰ ਦਾ ਨਾਮ ਤਾਂ ਚੇਤੇ ਨਹੀਂ ਕਰਦੇ ਹਨ, ਪਰ ਸੋ ਪਦਾਰਥਾਂ ਦੇ ਵਿੱਚ ਹੀ ਉਮਰ ਗੁਜ਼ਾਰਦੇ ਹਨ। ਸੁਖ ਸੋ ਬਿਸਵ ਬਸੈ ਬਸ ਸੇਤੀ, ਤੇ ਬਸ ਪਦਾਰਥਾਂ ਦੇ ਵਿੱਚ ਬੜੇ ਸੁੱਖ ਦੇ ਨਾਲ ਰਾਜੇ ਮਹਾਰਾਜੇ ਲੋਕ ਰਹਿੰਦੇ ਹਨ। ਵਿਦੈ ਕਦਾਚਿਤ ਸੁਧ ਨਾ ਆਗੇਤੀ, ਤੋ ਕਹਿੰਦੇ ਨੇ ਇਉਂ ਹੀ ਸਾਰੀ ਉਮਰ ਗੁਜ਼ਾਰਦੇ, ਕਦੇ ਵੀ ਅਗਲੀ ਪਰਲੋਕ ਦੀ ਸੋਝੀ ਨਹੀਂ ਪ੍ਰਾਪਤ ਕਰਦੇ। ਜੋ ਇਹ ਸਥਾਨ ਕੈਸੇ ਸੁਖ ਪਾਵੈ। ਤੇ ਮਹਾਰਾਜ ਇਹ ਸਵਾਲ ਹੈ ਭਈ ਜਿਹੜੇ ਇੱਥੇ ਦੁਨੀਆ ਵਿੱਚ ਸੁੱਖ ਭੋਗਦੇ ਨੇ ਰਾਜੇ ਮਹਾਰਾਜੇ ਲੋਕ, ਕਦੇ ਪਰਮੇਸ਼ਵਰ ਨੂੰ ਯਾਦ ਕਰਦੇ ਨਹੀਂ ਹਨ। ਤੇ ਮਹਾਰਾਜ, ਤੇ ਜਦੋਂ ਪਰਮੇਸ਼ਵਰ ਦਾ ਨਾਮ ਨਹੀਂ ਚੇਤੇ ਕਰਦੇ ਤੇ ਉਹਨਾਂ ਨੂੰ ਇੱਥੇ ਸੁੱਖ ਕਿਉਂ ਮਿਲਦਾ ਮਹਾਰਾਜ? ਉਹ ਕਿਉਂ ਐਸੇ ਸੁਖੀ ਹਨ? ਉਹ ਬਿਦ ਹੋਤ ਅਗਾਰੀ ਜਾਵੈ ਹੈ। ਤੇ ਪਾਂਧਾ ਸੋਚਦਾ ਹੈ ਕਿ ਮੈਂ ਇਹ ਸੋਚ ਰਿਹਾ ਹਾਂ ਵੀ ਉਹਨਾਂ ਦੇ ਨਾਲ ਅੱਗੇ ਪਰਲੋਕ ਵਿੱਚ ਕੀ ਹਾਲਾਤ ਹੁੰਦੇ ਹਨ ਜੀ। ਹਿਰਦੈ ਸੰਦੇਹ ਭੈ ਮੁਝ ਦੋ, ਇਹ ਦੋ ਸ਼ੰਕੇ, ਦੋ ਸਵਾਲ ਮੇਰੇ ਮਨ ਵਿੱਚ ਹਨ। ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ। ਆਮ ਅਸੀਂ ਆਪਣੇ ਜੀਵਨ ਵਿੱਚ, ਸਧਾਰਨ ਜੀਵਨ ਵਿੱਚ ਵੀ ਤੱਕਦੇ ਹਾਂ ਤੇ ਇਹ ਆਮ ਚਰਚਾ ਹੁੰਦੀ ਹੈ। ਕਹਿੰਦੇ ਦੇਖੋ ਜਿਹੜੇ ਰੱਬ ਦਾ ਨਾਮ ਲੈਣ ਵਾਲੇ ਲੋਕ ਨੇ ਉਹ ਤਾਂ ਵਿਚਾਰੇ ਦੁਖੀ ਨੇ, ਗਰੀਬ ਨੇ,
ਹੁਣ ਭਗਤਾਂ ਦੀ ਦਸ਼ਾ ਦੇਖੀਏ। ਸੋ ਭਗਤ ਕਬੀਰ ਜੀ ਭਗਤਾਂ ਵਿੱਚੋਂ ਸ਼੍ਰੋਮਣੀ ਭਗਤ ਨੇ, ਪਰ ਉਹਨਾਂ ਦੇ ਘਰ ਦੀ ਹਾਲਤ ਇਹ ਹੈ ਕਿ ਮੂੰਡ ਪਲੋਸ ਕਮਰਬਦ ਪੋਤੀ, ਹਮਕੋ ਚਾਬਨ ਉਨਕੋ ਰੋਟੀ। ਜੇ ਕੋਈ ਪ੍ਰਸ਼ਾਦਾ ਬਣਦਾ ਹੈ ਤੇ ਜੋ ਕੋਈ ਸੋ ਪੰਡਤ ਵਿਦਵਾਨ ਲੋਕ ਆ ਜਾਂਦੇ ਨੇ, ਸੋ ਸਿਰ ਤੇ ਹੱਥ ਫੇਰਦੇ, ਪੋਥੀਆਂ ਚੁੱਕੀਆਂ ਹੁੰਦੀਆਂ। ਸੋ ਕਬੀਰ ਜੀ ਜੈ ਰਾਮ ਜੀ ਕੀ ਕਰਦੇ, ਆ ਜਾਂਦੇ, ਕਹਿੰਦੇ ਵੀ ਜਿਹੜੇ ਪ੍ਰਸ਼ਾਦੇ ਬਣੇ ਨੇ ਇਹ ਸਾਧੂਆਂ ਨੂੰ ਛਕਾ ਦਿਓ। ਤੇ ਪਰਿਵਾਰ ਵਾਲੇ ਜੀ ਉਹਨਾਂ ਨੂੰ ਕਹਿੰਦੇ ਤੁਸੀਂ ਛੋਲੇ ਹੀ ਚੱਬ ਕੇ ਤੇ ਪਾਣੀ ਪੀ ਲਓ, ਸਵੇਰੇ ਦੇਖਾਂਗੇ ਭਗਵਾਨ ਦਊ ਤੇ ਖਾਵਾਂਗੇ। ਇਹੋ ਜਿਹੀ ਹਾਲਤ। ਤੇ ਜਿਹੜੇ ਰਾਜੇ ਮਹਾਰਾਜੇ ਲੋਕ ਨੇ, ਜਾਂ ਇਸ ਪ੍ਰਕਾਰ ਜਿਹੜੇ ਲੋਕ ਰੱਬ ਨੂੰ ਕਦੇ ਯਾਦ ਨਹੀਂ ਕਰਦੇ, ਉਹ ਮੌਜਾਂ ਕਰਦੇ ਨੇ। ਇਹ ਇੱਕ ਆਮ ਸਵਾਲ ਹੈ ਕਿ ਨਾਮ ਜਪਣ ਵਾਲੇ ਲੋਕ ਵਿਚਾਰੇ ਗਰੀਬ ਪਦਾਰਥਾਂ ਤੋਂ ਤੰਗ ਨੇ, ਤੇ ਜਿਹੜੇ ਲੋਕ ਪਦਾਰਥਾਂ ਵਿੱਚ ਨੇ ਕਦੇ ਰੱਬ ਨੂੰ ਚੇਤੇ ਨਹੀਂ ਕਰਦੇ। ਕਹਿੰਦੇ ਦੋ ਸਵਾਲ ਨੇ ਵੀ ਇਹਨਾਂ ਦਾ ਇਹ ਕਿਉਂ ਹੈ ਤੇ ਪ੍ਰਲੋਕ ਵਿੱਚ ਕੀ ਫੈਸਲਾ ਹੁੰਦਾ ਹੈ। ਇਹ ਮਹਾਰਾਜ ਦੋ ਸਵਾਲ ਹਨ, ਦੱਸੋ। ਉੱਤਰ ਦੇਹੋ ਦਇਆ ਨਿਧ ਸੋਊ। ਹੇ ਕਿਰਪਾ ਦੇ ਖਜ਼ਾਨੇ ਜੀ, ਇਹ ਮੇਰੇ ਸਵਾਲਾਂ ਦਾ ਜਵਾਬ ਦਿਓ ਜੀ। ਅਸ ਸੁਨ ਕਰ ਉਤਪਲ ਦਲ ਲੋਚਨ। ਐਸੇ ਸਵਾਲਾਂ ਨੂੰ ਸੁਣ ਕੇ ਮੇਰੇ ਧੰਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਕਮਲ ਸਰੀਖੇ ਨੇਤਰਾਂ ਵਾਲੇ ਗੁਰੂ ਸਾਹਿਬ ਜੀ ਬੋਲਦੇ ਹਨ। ਉਚਰੇ ਬਚਨ ਰੁਚਨ ਦੁਖ ਮੋਚਨ। ਦੁੱਖਾਂ ਨੂੰ ਮੋਚਨ ਕੱਟਣ ਵਾਲੇ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਜਵਾਬ ਦਿੱਤਾ ਹੈ। ਆਪ ਉੱਤਰ ਦਿੰਦੇ ਹਨ ਜੀ। ਜਗਤ ਪਦਾਰਥ ਹਿਤ ਬੈਰਾਗਾ। ਹਜੂਰ ਕਹਿੰਦੇ ਨੇ ਕਿ ਸੁਣੋ, ਇਹ ਜੋ ਉਪਦੇਸ਼ ਹੈ ਜਗਤ ਦੇ ਪਦਾਰਥਾਂ ਤੋਂ ਵੈਰਾਗ ਧਾਰਨ ਵਾਸਤੇ ਹੈ। ਤੇ ਸ਼ਬਦ ਪਦ ਲਖਤ ਸੁਭਾਗਾ। ਤੇ ਮੇਰੇ ਸਤਿਗੁਰੂ ਜੀ ਨੇ ਕਿਹਾ, ਹੈ ਭਾਗਾਂ ਵਾਲੇ, ਇਸ ਸ਼ਬਦ ਦਾ ਤੀਸਰਾ ਪਦ ਜਿਹੜਾ ਉਹ ਸਰਵਣ ਕਰੋ। ਸ੍ਰੀ ਮੁਖ ਵਾਕ ਇਕ ਆਵਹਿ ਇਕ ਜਾਹੇ ਉਠ। ਰਖੀ ਹੈ ਨਾਮ ਸਲਾਰ। ਸ਼੍ਰੋਮਣੀ ਮੁਖਵਾਕ ਸਤਿਗੁਰਾਂ ਦੀ ਬਾਣੀ ਹੈ। ਤੋ ਦਾਤਾਰ ਪਾਤਸ਼ਾਹ ਜੀ ਇਹ ਸ੍ਰੀ ਰਾਗ ਮਹੱਲ ਪਹਿਲਾ, ਇਸ ਸ਼ਬਦ ਤੇ ਮਹੱਲਾ ਨਹੀਂ, ਮਹੱਲ ਅੱਖਰ ਹੈ। ਤੋ ਗਰੀਬ ਨਵਾਜ ਕਹਿੰਦੇ ਨੇ, ਦੇਖੋ, ਇੱਕ ਆਵੈ ਇੱਕ ਜਾਹੇ ਉੱਠ, ਰੱਖੀਐ ਨਾਮ ਸਲਾਰ। ਇੱਕ ਆਉਂਦੇ ਨੇ ਦੁਨੀਆ ਦੇ ਵਿੱਚ, ਉੱਠ ਕੇ ਤੁਰ ਜਾਂਦੇ ਨੇ, ਉਹਨਾਂ ਨੂੰ ਸਲਾਰ, ਦੁਨੀਆ ਦੇ ਸਰਦਾਰ, ਜਿਹੜੇ ਅਮੀਰ ਲੋਕ ਕਿਹਾ ਜਾਂਦਾ ਹੈ। ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ। ਤੇ ਇੱਕ ਵਾਹਿਗੁਰੂ ਨੇ ਰਚੇ ਨੇ, ਉਹ ਮੰਗਤੇ ਨੇ, ਗਰੀਬ ਹਨ। ਤੇ ਇੱਕ ਰਾਜਿਆਂ ਦੇ ਵੱਡੇ ਦਰਬਾਰ ਲੱਗਦੇ ਹਨ। ਅੱਗੇ ਗਿਆ ਜਾਣੀਐ ਵਿਣ ਨਾਵੇ ਵੇਕਾਰ। ਹਜੂਰ ਪਾਤਸ਼ਾਹ ਫੈਸਲਾ ਦਿੰਦੇ ਨੇ, ਅੱਗੇ ਗਿਆ ਜਾਣ। ਜਦੋਂ ਭਾਵੇਂ ਕੋਈ ਕੰਗਾਲ ਗਰੀਬ ਹੈ ਤੇ ਭਾਵੇਂ ਕੋਈ ਅਮੀਰ ਹੈ, ਜਦੋਂ ਉਸ ਅਕਾਲ ਪੁਰਖ ਦੀ ਦਰਗਾਹ ਵਿੱਚ ਜਾਂਦੇ ਨੇ ਤੇ ਮਹਾਰਾਜ ਕਹਿੰਦੇ ਬਿਨ ਨਾਵੈ ਵੇਕਾਰ। ਭਾਵੇਂ ਰਾਜਾ ਮਹਾਰਾਜਾ ਤੇ ਭਾਵੇਂ ਗਰੀਬ ਕੰਗਾਲ ਹੈ, ਅੱਗੇ ਕਹਿੰਦੇ ਨੇ ਨਾਮ ਤੋਂ ਬਿਨਾਂ ਸਭ ਵੇਕਾਰ, ਕਿਸੇ ਅਰਥ ਨਹੀਂ ਹਨ। ਇਸ ਵਾਸਤੇ ਬਿਨ ਨਾਵਾ ਵੇਕਾਰ, ਨਾਮ ਤੋਂ ਬਿਨਾਂ ਜਿਹੜੇ ਨੇ ਉਹ ਵੇਕਾਰ ਹਨ, ਦੁੱਖ ਭੋਗਦੇ ਹਨ ਜੀ। ਦੋਹਰਾ ਤਪਕੇ ਜਿਨਹਿ ਸਬਾਸਨਾ। ਤੋ ਤਪ ਕੀਏ, ਜਿਹਨਾਂ ਲੋਕਾਂ ਨੇ ਵਾਸ਼ਨਾ ਮਨ 'ਚ ਰੱਖ ਕਰਕੇ ਤਪ ਕੀਤਾ, ਇਹਨੂੰ ਕਹਿੰਦਾ ਸਕਾਮ ਤਪੱਸਿਆ, ਸਕਾਮ ਸਿਮਰਨ, ਕਾਮਨਾ ਰੱਖ ਕੇ ਜਿਹਨਾਂ ਸਿਮਰਨ ਤਪ ਕੀਤਾ ਹੈ। ਜਨਮ ਅਨੰਤ ਤਰਸੋਏ। ਉਹ ਕਈ ਜਨਮ ਉਹਨਾਂ ਨੂੰ ਧਾਰਨ ਕਰਨੇ ਪੈਂਦੇ ਨੇ। ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਇਸ ਪਾਵਨ ਘਰ ਦੇ ਵਿੱਚ ਪ੍ਰੇਰਨਾ ਹੈ। ਜਦੋਂ ਵੀ ਕੋਈ, ਹੁਣ ਆਮ ਅਸੀਂ ਛੋਟੇ ਹੁੰਦੇ ਜਦੋਂ ਤੇ ਸਾਡੇ ਬਜ਼ੁਰਗਾਂ ਨੇ, ਸਾਡੀਆਂ ਮਾਤਾਵਾਂ ਨੇ ਬਹਿਣਾ ਤੇ ਉਹਨਾਂ ਨੇ ਇਹ ਵਚਨ ਕਰਨੇ, ਭਾਈ ਪੁੰਨ ਕਰ ਲੋ, ਦਾਨ ਪੁੰਨ ਕਰ ਲੋ, ਸੁਰਗਾਂ ਨੂੰ ਜਾਵਾਂਗੇ। ਇੰਨੀ ਇੱਕ ਗੱਲ ਹੁੰਦੀ ਸੀ। ਪਰ ਜਦੋਂ ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਗੁਰਮਤਿ ਵਿੱਚ ਅਸੀਂ ਗੁਰੂ ਦੀ ਸਿੱਖਿਆ ਲੈਂਦੇ ਹਾਂ ਤੇ ਗੁਰੂ ਸਾਹਿਬ ਕਹਿੰਦੇ, ਜੇ ਉਹ ਸਕਾਮ ਤਪੱਸਿਆ, ਭਾਵ ਮਨ ਵਿੱਚ ਕਾਮਨਾ ਰੱਖ ਕਰਕੇ ਜੋ ਵੀ ਕਰਮ ਕਰਨਾ ਹੈ, ਕਾਮਨਾ ਜਿਹੜੀ ਰੱਖੀ ਉਹਨੂੰ ਪੂਰਨ ਕਰਨ ਵਾਸਤੇ ਸਰੀਰ ਚਾਹੀਦਾ ਹੈ। ਇਸ ਵਾਸਤੇ ਜੋ ਆਪਾਂ ਇੱਛਾ ਰੱਖ ਕੇ ਪੁੰਨ ਕਰਾਂਗੇ ਤਾਂ ਮਨ ਵਿੱਚ ਕੋਈ ਕਾਮਨਾ ਰੱਖ ਕਰਕੇ, ਪ੍ਰਯੋਜਨ ਰੱਖ ਕਰਕੇ ਜੋ ਵੀ ਅਸੀਂ ਧਰਮ ਕਰਮ ਕਰਾਂਗੇ ਉਹ ਸਾਨੂੰ ਬਾਰ-ਬਾਰ ਜਨਮ ਦੇਵੇਗਾ, ਮੁਕਤੀ ਨਹੀਂ ਮਿਲ ਸਕਦੀ। ਫੈਸਲਾ ਇਹ ਹੈ, ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਏ। ਜੋ ਦਾਨ ਪੁੰਨ ਕਰਦੇ ਨਾ, ਇਹ ਆਮ ਤੌਰ ਤੇ ਨਾ, ਜਦੋਂ ਤੱਕ ਬਰੀਕੀ ਨਾਲ ਬਾਣੀ ਨੂੰ ਨਾ ਸਮਝੀਏ ਤੇ ਆਮ ਦੇਖ ਲਓ ਸਟੇਜਾਂ ਤੇ ਵੀ ਜੀ ਪੁੰਨ ਦਾਨ ਜੋ ਬੀਜਦੇ ਸਭ ਧਰਮ ਰੱਖੇ ਜਾਏ। ਅਰਥ ਇਹਦਾ ਇਹ ਹੈ
ਕਿ ਜਿਹੜੇ ਪੁੰਨ ਦਾਨ ਕਰਦੇ ਬੀਜਦੇ ਨੇ, ਧਰਮ ਰਾਜੇ ਕੋਲ ਲੇਖਾ ਦੇਣਾ ਪਊਗਾ। ਕਿਉਂਕਿ ਮਨ ਚ ਜੀ ਅਸੀਂ ਇੰਨੇ ਕਰਮ ਚੰਗੇ ਕੀਤੇ, ਇੰਨਾ ਦਾਨ ਪੁੰਨ ਕੀਤਾ। ਕਹਿੰਦੇ ਆ ਜਾਓ ਹਿਸਾਬ ਕਰ ਲੈਂਦੇ ਆ ਤੇ ਤੁਹਾਡਾ ਦਾਨ ਪੁੰਨ ਇੰਨਾ ਹੈ, ਪਰ ਤੁਹਾਡੇ ਪਾਪ ਇਤਨੇ ਨੇ, ਇਸ ਵਾਸਤੇ ਪਾਪ ਵੱਧ ਨੇ, ਇਸ ਵਾਸਤੇ ਸੋ ਭਾਈ ਤੁਹਾਨੂੰ ਤਾਂ ਹੁਣ ਜੂਨਾਂ 'ਚ ਪਾਵਾਂਗੇ। ਇਸ ਲਈ ਪੁੰਨ ਜਿਹੜਾ ਹੈ, ਕਾਮਨਾ ਸਹਿਤ ਕੀਤਾ ਹੋਇਆ ਸਿਮਰਨ ਭਜਨ ਜਿਹੜਾ ਹੈ, ਉਹ ਮੁਕਤ ਨਹੀਂ ਦੇਵੇਗਾ। ਮੰਨ ਲਓ ਜਿਹੜੀ ਕਾਮਨਾ ਰੱਖੀ ਹੈ, ਉਹ ਜੇ ਕਾਮਨਾ ਪੂਰੀ ਹੁੰਦੀ ਹੈ, ਪਰਮੇਸ਼ਰ ਪੂਰੀ ਕਰਦਾ, ਤੇ ਜਿਹੜੀ ਕਾਮਨਾ ਅਸੀਂ ਮੰਗੀ ਹੈ, ਉਹਦੇ ਵਾਸਤੇ ਸਾਨੂੰ ਸਰੀਰ ਚਾਹੀਦਾ। ਸਰੀਰ ਜਿਹੜਾ ਉਹਦਾ ਜਨਮ ਹੈ, ਜੇ ਜਨਮ ਹੈ ਤੇ ਮਰਨ ਹੈ, ਫਿਰ ਆਵਾਗਾਉਣ ਤੇ ਬਣਿਆ ਰਿਹਾ, ਮੁਕਤੀ ਤਾਂ ਮਿਲੀ ਨਾ। ਤੋ ਕਹਿੰਦੇ ਜਿਹੜੇ ਲੋਕ ਤਪੱਸਿਆ ਕਰਦੇ ਹਨ, ਮਨ ਵਿੱਚ ਕਾਮਨਾ ਰੱਖ ਕੇ, ਪਾਏ ਰਾਜ ਜਗ ਬਿਖੈ ਫਸ। ਤੋ ਕਹਿੰਦੇ ਉਹਨਾਂ ਨੇ ਸੰਸਾਰ ਵਿੱਚ ਆ ਕੇ ਰਾਜ ਭਾਗ ਸੋ ਪ੍ਰਾਪਤ ਕੀਤਾ, ਜਿਹਨੂੰ ਆਮ ਕਿਹਾ ਜਾਂਦਾ ਹੈ ਤਪੋ ਰਾਜ। ਜਿਹੜੇ ਕਾਮਨਾ ਸਹਿਤ ਤਪੱਸਿਆ ਕਰਦੇ ਨੇ, ਇੱਥੇ ਆਣ ਕੇ ਰਾਜ ਭਾਗ ਦੇ ਮਾਲਕ ਬਣਦੇ ਹਨ। ਨਰਕ ਗਮਨ ਪੁਨ ਹੋਏ। ਪਰ ਕਹਿੰਦੇ ਨੇ ਫਿਰ ਰਾਜ ਭਾਗ 'ਚ ਫਸ ਕਰਕੇ ਫਿਰ ਉਹ ਲੋਕ ਜਿਸ ਵੇਲੇ ਪਾਪ ਕਰਨ ਲੱਗ ਪੈਂਦੇ ਨੇ, ਫਿਰ ਨਰਕ ਗਮਨ ਪੁਨ ਹੋਏ, ਫਿਰ ਉਹ ਨਰਕ ਵਿੱਚ ਜਾਂਦੇ ਹਨ। ਚੌਪਈ ਪਾਤਸ਼ਾਹੇ ਰੱਖੀ ਹੈ ਇੱਕ ਨਾਮ। ਕਹਿੰਦੇ ਇੱਕ ਨਾਂ ਦਾ ਨਾਮ ਪਾਤਸ਼ਾਹ ਰੱਖਿਆ ਜਾਂਦਾ ਹੈ। ਇੱਕ ਜਾਚਕ ਜਾਚੈ ਤਿਨ ਧਾਮ। ਇੱਕ ਮੰਗਤੇ ਬਣ ਕੇ ਘਰਾਂ ਘਰਾਂ 'ਚ ਮੰਗਦੇ ਫਿਰਦੇ ਹਨ। ਕਿੰਚਿਤ ਦਿਨ ਕੇ ਇਹ ਬਿਲਾਸਾ। ਤੋ ਭਾਈ ਇਹ ਕੁਛ ਦਿਨਾਂ ਦੇ ਹੀ ਬਿਲਾਸ ਕੌਤਕ ਹਨ, ਥੋੜੇ ਦਿਨਾਂ ਦੇ, ਜਿੰਨੀ 4 ਦਿਨ ਕੀ ਚਾਂਦਨੀ ਕਿਹਾ ਹੈ ਜ਼ਿੰਦਗੀ ਨੂੰ। ਫਸਿਓ ਮੰਦ ਬਿਸਰਿਓ ਜਮ ਤਰਾਸਾ। ਤੋ ਕਹਿੰਦੇ ਨੇ ਮਾੜੇ ਕਰਮਾਂ 'ਚ ਲੱਗ ਕੇ ਤੇ ਜਿਨ੍ਹਾਂ ਨੂੰ ਜਮ ਦਾ ਡਰ, ਪਰਮੇਸ਼ਵਰ ਦਾ ਭੈ, ਮੌਤ ਦਾ ਡਰ ਨਹੀਂ ਹੈ, ਅੱਗੇ ਗਏ ਹਿਰਦੇ ਤਬ ਜਾਣੈ। ਤੋ ਕਹਿੰਦੇ ਜਦੋਂ ਅੱਗੇ ਜਾਣਗੇ, ਅੱਗੇ ਗਿਆ ਜਾਣੀਏ ਮਿੜਨਾ ਵੇ ਬੇਕਾਰ ਜਿਹਨੂੰ ਕਿਹਾ, ਜਿਹੜੇ ਅੱਗੇ ਜਾਣਗੇ ਤਾਂ ਫਿਰ ਉੱਥੇ ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੈ ਜਾਏ। ਕਚਿਆਈ ਪਕਾਈ ਤੇ ਉੱਥੇ ਫੈਸਲਾ ਹੋਣਾ ਧਰਮ ਰਾਜੇ ਦੇ ਕੋਲ ਜਾ ਕੇ। ਬੀਜ ਪਾਨ ਸਿਰ ਧੁਨ ਪਛਤਾਨੈ। ਉੱਥੇ ਜਾ ਕਰਕੇ ਫਿਰ ਹੱਥ ਮਲਦੇ ਨੇ, ਪਛਤਾਉਂਦੇ ਨੇ, ਸਿਰ ਧੁਣਦੇ ਹਨ ਕਿ ਕਿਉਂ ਨਹੀਂ ਪਹਿਲਾਂ ਸਮਝ ਆਈ, ਕਿਉਂ ਨਾ ਅਸੀਂ ਇਸ ਮੌਤ ਨੂੰ ਯਾਦ ਕਰਕੇ, ਨਰਕਾਂ ਦੇ ਭੈ ਨੂੰ ਯਾਦ ਕਰਕੇ ਮਾੜੇ ਕਰਮਾਂ ਦਾ ਕਿਉਂ ਨਹੀਂ ਤਿਆਗ ਕੀਤਾ। ਫਿਰ ਪਛਤਾਉਣਾ ਪੈਂਦਾ ਹੈ। ਮਹਿਮਾ ਨਾਮ ਭਜਨ ਕੀ ਜੋ। ਦੇਖੋ ਜੋ ਨਾਮ ਦੀ, ਪਰਮੇਸ਼ਵਰ ਦੇ ਭਜਨ ਦੀ ਜੋ ਮਹਿਮਾ ਹੈ, ਤਬ ਚਿਤਵਤ ਨਿਤ ਵਿਸਰਿਓ ਸੋਊ। ਉਸ ਵੇਲੇ ਚੇਤੇ ਕਰਦਾ ਜਿਹਨੂੰ ਰੋਜ਼ ਭੁਲਾਈ ਰੱਖਿਆ। ਜੀਵਨ ਵਿੱਚ ਚੇਤੇ ਨਹੀਂ ਕੀਤਾ, ਪਰ ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮੈਂ ਲਾਗੈ। ਜਦੋਂ ਮੌਤ ਦਾ ਡੰਡਾ ਸਿਰ 'ਚ ਜਮਦੂਤ ਮਾਰਦੇ ਨੇ, ਉਦੋਂ ਪਛਤਾਉਂਦਾ, ਓਹੋ ਮੈਂ ਛੱਡ ਜਾਣਾ ਦੁਨੀਆ ਨੂੰ, ਮੈਂ ਤਾਂ ਸਾਰੀ ਉਮਰ ਇਹਦੇ ਦੁਨੀਆ ਲਈ, ਧੀਆਂ ਪੁੱਤਰਾਂ ਲਈ, ਦੁਨੀਆ ਲਈ ਕੰਮ ਕੀਤਾ, ਤੇ ਮੈਂ ਆਪਣੇ ਲਈ ਕਦੇ ਕੁਛ ਨਾ ਕੀਤਾ। ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਠਾਕੁਰ ਸਿੰਘ ਜੀ ਮਹਾਂਪੁਰਖਾਂ ਨੇ ਮੇਰੀ ਡਿਊਟੀ ਲਾਈ, ਮੋਗੇ ਦੇ ਲਾਗੇ 6ਵੇਂ ਪਾਤਸ਼ਾਹ ਦਾ ਸਥਾਨ ਹੈ। ਉੱਥੇ ਸਾਡੇ ਟਕਸਾਲ ਦੇ ਸ਼ਰਧਾਲੂ ਪਰਿਵਾਰ, ਮਾਤਾ ਜੀ ਬੜੇ ਨਿਜਮੀ, ਨਿਤਨੇਮੀ ਸਨ, ਬੜੀ ਪਵਿੱਤਰਤਾ ਰੱਖਣ ਵਾਲੇ, ਬੜਾ ਪਿਆਰ ਸੀ। ਤੇ ਜਿਸ ਵੇਲੇ ਉਹਨਾਂ ਦਾ ਅਖੀਰਲਾ ਸਮਾਂ ਆਇਆ ਤੇ ਗੁਰਦੁਆਰਾ ਸਾਹਿਬ ਆ ਗਏ 6ਵੇਂ ਪਾਤਸ਼ਾਹ, ਮੈਨੂੰ ਕਹਿੰਦੇ ਗਿਆਨੀ ਜੀ ਮੇਰੀ ਅਰਦਾਸ ਕਰੋ। ਮੈਂ ਮਾਤਾ ਜੀ ਦੱਸੋ ਕੀ ਅਰਦਾਸ ਕਰ। ਉਹਨਾਂ ਦੇ ਗਲੇ ਵਿੱਚ ਨੁਕਸ ਪਿਆ, ਗਲੇ ਦੀ ਕੈਂਸਰ ਸੀ। ਕਹਿੰਦੇ ਬੀਕਾਨਗਰ ਚੱਲੇ ਆ, ਕਹਿੰਦੇ ਉੱਥੇ ਇਲਾਜ ਹੁੰਦਾ ਹੈ, ਕਹਿੰਦੇ ਪਾਣੀ ਦਾ ਘੁੱਟ ਅੰਦਰ ਨਹੀਂ ਲੰਘਦਾ, ਬਹੁਤ ਤੜਫਦੀ ਆ। ਮੈਨੂੰ ਕਹਿੰਦੀ ਕਿ ਗਿਆਨੀ ਜੀ ਮੇਰੀ ਅਰਦਾਸ ਕਰੋ। ਮੈਂ ਮਾਤਾ ਜੀ ਦੱਸੋ, ਮਹਾਰਾਜ ਬੇਨਤੀ ਕਰ ਦਿੰਦੇ ਆ। ਤੇ ਉਸ ਵੇਲੇ ਮਾਤਾ ਜੀ ਨੇ ਬਚਨ ਕੀਤਾ ਜੋ ਮੈਨੂੰ ਬੜਾ ਇਸ ਪ੍ਰਕਾਰ ਪੰਚ ਜਿਹਾ ਕੀਤਾ ਤੇ ਯਾਦ ਵੀ ਰਿਹਾ। ਕਹਿੰਦੀ ਬਾਬਾ ਜੀ ਮੈਂ ਪਾਠ ਵੀ ਕਰਾਏ, ਤੁਹਾਡੇ ਕੋਲ ਅਰਦਾਸਾਂ ਕਰਾਈਆਂ, 2 ਬੱਚੀਆਂ ਸੀ ਉਹਨਾਂ ਦੀਆਂ, ਇੱਕ ਆਸਟ੍ਰੇਲੀਆ, ਇੱਕ ਸ਼ਾਇਦ ਦੂਸਰੇ ਮੁਲਕ ਸੀ, ਉਹਨਾਂ ਵਾਸਤੇ ਪਾਠ ਕਰਾਉਂਦਾ, ਮੇਰੇ ਬੱਚੇ ਪੱਕੇ ਹੋ ਜਾਣ, ਮੇਰੀ ਲੜਕੀ ਜਿਹੜੀ ਫਲਾਣੇ ਮੁਲਕ 'ਚ ਪੱਕੀ ਹੋ ਜਾਏ, ਤੇ ਉਹ ਉਹਨੇ ਅਰਦਾਸਾਂ ਕਰਾਉਣੀ। ਤੇ ਉਸ ਵੇਲੇ ਕਹਿਣ ਲੱਗੀ ਗਿਆਨੀ ਜੀ ਮੈਂ ਸਾਰੀ ਉਮਰ ਬੱਚਿਆਂ ਲਈ ਮੰਗਦੀ ਰਹੀ, ਆਪਣੇ ਲਈ ਕੁਛ ਨਹੀਂ ਮੰਗਿਆ, ਹੁਣ ਪਛਤਾਉਂਦੀ ਹਾਂ, ਕੀ ਕਰਾਂ। ਭਾਵ ਅਸੀਂ ਜੋ ਕੁਛ ਕਰਦੇ ਆ ਨਾ, ਦੂਜਿਆਂ ਲਈ ਕਰੀ ਜਾਂਦੇ ਆ, ਆਪਣੇ ਲਈ ਕਰੀ, ਕਦੇ ਆਪਣੇ ਆਪੇ ਲਈ ਵੀ ਕਰਨਾ ਚਾਹੀਦਾ ਹੈ। ਇਸ ਵਾਸਤੇ ਸਾਡੇ ਆਪਣੇ ਆਪ ਵਾਸਤੇ ਜਿਹੜਾ ਹੈ ਉਹ ਵਾਹਿਗੁਰੂ ਪਰਮੇਸ਼ਵਰ ਦੀ ਯਾਦ ਹੈ, ਪਰਮੇਸ਼ਵਰ ਦਾ ਸਿਮਰਨ ਹੈ।
ਤੋ ਮੇਰੇ ਸ਼ਹਿਨशाह ਪਿਤਾ ਸਤਿਗੁਰੂ ਪਾਤਸ਼ਾਹ ਦੇ ਬਚਨਾਂ ਦਾ ਸੋ ਕਵੀ ਜੀ ਇਸ ਪ੍ਰਕਾਰ ਟੀਕਾ ਕਰ ਰਹੇ ਨੇ। ਅਨਕ ਤਾਰਨਾ ਤਾਰਨ ਕਰਹੀ। ਤਾਂ ਕਹਿੰਦੇ ਜਿਸ ਵੇਲੇ ਪਛਤਾਉਂਦੇ ਆ ਨਾ ਫਿਰ ਜਮਦੂਤ ਉੱਥੇ ਸੋ ਬੜੀ ਤਾੜਨਾ ਕਰਦੇ, ਬੜੀ ਕੁੱਟ ਪਾਉਂਦੇ ਹਨ। ਕਰਮ ਹੈ ਗਰੂਏ ਸੰਗਰ ਪਰਹੀ। ਤੇ ਕਵੀ ਜੀ ਦੱਸਦੇ ਨੇ ਭਾਰੇ ਭਾਰੇ ਸੰਗਲ ਗਲਾਂ 'ਚ ਪਾ ਦਿੰਦੇ ਹਨ ਉਹ ਪਾਪੀ ਜੀਵਾਂ ਦੇ। ਤਪਤ ਥੰਮ ਸੋਐ ਚ ਲਗਾਵੇ। ਤੇ ਖਿੱਚ ਕੇ ਨਾ ਤੋ ਤਪਦੇ ਥੰਮਾਂ ਨਾਲ ਲਾਉਂਦੇ ਨੇ। ਜਿਹੜੇ ਲੋਕ ਇਸ ਪ੍ਰਕਾਰ ਜੀਵਨ ਉੱਚਾ ਨਹੀਂ ਰੱਖਦੇ, ਇਸ ਪ੍ਰਕਾਰ ਫਿਰ ਉਹਨਾਂ ਨੂੰ ਮੰਦਕਰਮੀ ਲੋਕਾਂ ਨੂੰ ਇਸਤਰੀਆਂ ਪੁਰਸ਼ਾਂ ਦੇ ਲੋਹੇ ਦੇ ਇਸ ਪ੍ਰਕਾਰ ਕਲਬੂਤ ਬਣਾ ਕੇ ਸਰੀਰ ਲਾਲ ਕਰਕੇ ਉਹਨਾਂ ਨਾਲ ਚਮੇੜਦੇ, ਕਹਿੰਦੇ ਫੜ ਕਰਕੇ। ਜੇ ਮਨੁੱਖ ਇਹ ਸਮਝੇ ਬੰਦਾ ਤੇ ਮਰ ਗਿਆ, ਸਰੀਰ ਇੱਥੇ ਫੂਕ ਦਿੱਤਾ, ਅੱਗੇ ਕੀ ਗਿਆ ਭਾਈ? ਅੱਗੇ ਜਾਂਦਾ ਸੂਖਮ ਸਰੀਰ। ਇਹਦੇ ਵਾਸਤੇ ਗੁਰੂ ਸਾਹਿਬਾਂ ਨੇ ਇਤਿਹਾਸ ਦੇ ਵਿੱਚ ਜ਼ਿਕਰ ਆਇਆ ਹੈ। ਕਹਿੰਦੇ ਦੇਖੋ ਇਸ ਚੀਜ਼ ਨੂੰ ਸਮਝਣ ਵਾਸਤੇ ਭਈ ਆਪਾਂ ਰਾਤ ਨੂੰ ਸੌਂਦੇ ਹਾਂ, ਸੁੱਤੇ ਪਿਆ ਨੂੰ ਸੁਪਨਾ ਆਉਂਦਾ ਹੈ। ਹੁਣ ਸੁਪਨੇ ਦੇ ਵਿੱਚ ਕਦੇ ਤੇ ਡਰ ਲੱਗਦਾ ਹੈ, ਕਦੇ ਖੁਸ਼ੀ ਮਿਲਦੀ ਹੈ। ਹੁਣ ਉਹ ਹੁੰਦਾ ਤੇ ਸੁਪਨਾ, ਪਰ ਉਹ ਸਾਡਾ ਸਰੀਰ ਜਿੱਥੇ ਪਿਆ ਹੋਇਆ ਹੈ, ਜੇ ਅਗਰ ਡਰ ਵਾਲਾ ਸੁਪਨਾ ਸਰੀਰ ਡਰਦਾ ਹੈ, ਜੇ ਖੁਸ਼ੀ ਵਾਲਾ ਤੇ ਸਰੀਰ ਖੁਸ਼ ਹੁੰਦਾ ਹੈ, ਸੁੱਤਾ ਪਿਆ ਹੱਸਦਾ ਹੈ। ਇਸ ਵਾਸਤੇ ਉਹ ਸਾਡਾ ਸੂਖਮ ਰੂਪ ਹੈ। ਜਦੋਂ ਦੁੱਖ ਤੇ ਸੁੱਖ ਨੂੰ ਅਸੀਂ ਫੀਲ ਕਰਦੇ ਹਾਂ, ਮਹਿਸੂਸ ਕਰਦੇ ਹਾਂ, ਭੋਗਦੇ ਮਾਣਦੇ ਹਾਂ, ਇਸੇ ਤਰ੍ਹਾਂ ਹੀ ਸਰੀਰ ਦੇ ਬਿਨਸਣ ਤੋਂ ਬਾਅਦ ਸੂਖਮ ਸਰੀਰ ਜਦੋਂ ਪਰਲੋਕ 'ਚ ਜਾਂਦਾ ਹੈ, ਉਸ ਵੇਲੇ ਉਸ ਨੂੰ ਇਹ ਸਾਰੇ ਹੀ ਦੁੱਖ ਸੁੱਖ ਜਿਹੜੇ ਨੇ ਭੋਗਣੇ ਪੈਂਦੇ ਹਨ। ਤੋ ਕਹਿੰਦੇ ਨੇ ਭਾਰੇ ਭਾਰੇ ਸੰਗਲ ਗਲ 'ਚ ਪਾਏ ਜਾਂਦੇ ਹਨ। ਤਾਂ ਹੀ ਕਿਹਾ ਬਾਣੀ ਵਿੱਚ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਜਿੰਨੇ ਔਗਣ ਨੇ ਇਹੋ ਹੀ ਜੰਜੀਰ ਤੇ ਸੰਗਲ ਬਣ ਕੇ ਗਲ 'ਚ ਪੈਂਦੇ ਹਨ ਉੱਥੇ। ਤਾਂ ਕਹਿੰਦੇ ਫਿਰ ਤਪਤ ਥੰਮ ਗਲ ਲਾਤੇ ਆ, ਬਾਣੀ ਦੇ ਹੀ ਇਹ ਅਰਥ ਨੇ। ਤਪਦੇ ਥੰਮ ਬਣਾ ਕੇ ਨਾਲ ਚਮੇੜੇ ਜਾਂਦੇ ਹਨ। ਤੇਲ ਕੜਾਹ ਤਪਤ ਮਹਿ ਪਾਵੈ। ਕਹਿੰਦੇ ਤੇਲ ਦੇ ਕੜਾਹੇ ਤਾ ਕੇ ਨਾ ਫਿਰ ਉਹਨਾਂ ਵਿੱਚ ਸੁੱਟਦੇ ਨੇ ਉਸ ਸਰੀਰ ਨੂੰ, ਔਰ ਉਸ ਨੂੰ ਸਾਰੀ ਇਸ ਪ੍ਰਕਾਰ ਤਕਲੀਫ ਝੱਲਣੀ ਪੈਂਦੀ ਹੈ। ਫਿਰ ਉਹਦਾ ਵਿਨਾਸ਼ ਵੀ ਨਹੀਂ ਹੈ। ਆਹ ਸਰੀਰ ਤਾਂ ਮਰ ਜਾਂਦਾ ਨਾ, ਉਹਨੇ ਮਰਨਾ ਵੀ ਨਹੀਂ ਹੈ, ਉਹਨੂੰ ਪੂਰਾ ਦੁੱਖ ਭੋਗਣਾ ਪੈਂਦਾ ਹੈ। ਦੋਹਾਰਾ ਲੋਹੈ ਖੰਡ ਕਰ ਅਗਨ ਵੱਤ। ਅੱਗ ਵਰਗੇ ਲੋਹੇ ਦੇ ਟੁਕੜੇ ਲਾਲ ਕਰ ਕਰਕੇ ਮੁਖ ਪਾਵੈ ਕਰ ਮਾਰ। ਤੇ ਨਾਲੇ ਮਾਰਦੇ ਨਾਲੇ ਉਹਨਾਂ ਦੇ ਮੂੰਹ 'ਚ ਪਾਉਂਦੇ ਹਨ ਇਉਂ ਲੋਹੇ ਦੇ ਲਾਲ ਟੁਕੜੇ। ਦਾਰਨ ਦੁਖਤ ਪੁਕਾਰਹੀ। ਭਿਆਨਕ ਦੁੱਖ ਜਿਸ ਵੇਲੇ ਭੋਗਣੇ ਪੈਂਦੇ, ਜਮਦੂਤ ਇਸ ਪ੍ਰਕਾਰ ਦੁੱਖ ਦਿੰਦੇ ਨੇ, ਫਿਰ ਚੀਕਾਂ ਮਾਰਦੇ ਪੁਕਾਰਾਂ ਕਰਦੇ ਹਨ। ਕੋਈ ਨਾ ਸੁਣਹਿ ਪੁਕਾਰ। ਪਰ ਸੁਣੇ ਕੌਣ? ਕਿਉਂਕਿ ਪੁਕਾਰ ਸੁਣਨ ਵਾਲਾ ਤੇ ਕੋਈ ਬਣਾਇਆ ਹੀ ਨਹੀਂ ਜਿਹੜਾ ਪੁਕਾਰ ਸੁਣ ਸਕੇ ਉੱਥੇ ਦੀ। ਇਸ ਵਾਸਤੇ ਕਹਿੰਦੇ ਫਿਰ ਕੋਈ ਪੁਕਾਰ ਨਹੀਂ ਸੁਣਨ ਵਾਲਾ ਹੈ ਉੱਥੇ। ਚੌਪਈ ਇਤਿਆਦਿਕ ਦੁੱਖ ਨਰਕ ਅਨੇਕਾ। ਇਹੋ ਜਿਹੇ ਨਰਕਾਂ ਦੇ ਭਿਆਨਕ ਦੁੱਖ ਫਿਰ ਉਹਨਾਂ ਨੂੰ ਭੋਗਣੇ ਪੈਂਦੇ। ਪਾਂਦਾ ਜੀ ਜਿਹੜੇ ਲੋਕ ਇੱਥੇ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਨਹੀਂ ਕਰਦੇ, ਭਾਵੇਂ ਕੋਈ ਟੁਕੜੇ ਮੰਗ ਕੇ ਭਿਖਾਰੀ ਬਣ ਕੇ ਗੁਜ਼ਾਰਾ ਕਰਦਾ ਤੇ ਭਾਵੇਂ ਰਾਜ ਦੇ ਸੁੱਖ ਮਾਣਦਾ ਹੈ, ਨਾਮ ਨਹੀਂ ਜਪਦੇ, ਭਾਵੇਂ ਗਰੀਬ ਤੇ ਭਾਵੇਂ ਕੋਈ ਅਮੀਰ, ਜਿਹੜਾ ਵੀ ਮਾੜੇ ਕਰਮ ਕਰਦਾ ਹੈ ਫਲ ਤਾਂ ਉਹਨਾਂ ਨੂੰ ਭੋਗਣਾ ਹੀ ਪੈਂਦਾ ਹੈ ਅੱਗੇ ਜਾ ਕਰਕੇ। ਇਸ ਵਾਸਤੇ ਐਸੇ ਭਿਆਨਕ ਅਗਲੇ ਨਰਕਾਂ ਦੇ ਦੁੱਖ ਸਹੇੜਦੇ ਹਨ ਉਹ ਲੋਕ। ਪਾਵੈ ਨਾਮ ਹੀਨ ਅਵੇਕਾ। ਤੋ ਜਿਹੜੇ ਨਾਮ ਤੋਂ ਹੀਨ ਖਾਲੀ ਨੇ, ਅਵਵੇਕ ਜੋ ਗਿਆਨ ਤੋਂ ਅਗਿਆਨੀ ਹਨ, ਉਹ ਐਸੇ ਦੁੱਖ ਪ੍ਰਾਪਤ ਕਰਦੇ ਹਨ। ਕਰਤਵੇ ਕਾਰਨ ਬੈਸ ਬਿਤਾਈ। ਜਿਨ੍ਹਾਂ ਨੇ ਬੇਕਾਰ ਮਾੜੇ ਕਰਮਾਂ ਵਿੱਚ ਲੱਗ ਕੇ ਹੀ ਉਮਰ ਗੁਜ਼ਾਰੀ ਹੈ, ਕਬਹੂ ਨਾ ਸਿਮਰਨ ਮਹਿ ਲਿਵ ਲਾਈ। ਕਦੇ ਵੀ ਵਾਹਿਗੁਰੂ ਪਰਮੇਸ਼ਵਰ ਦੇ ਸਿਮਰਨ ਵਿੱਚ ਲਿਵ ਨਹੀਂ ਜੋੜੀ। ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ। ਇੱਕ ਰਾਮ, ਇੱਕ ਵਾਹਿਗੁਰੂ, ਇੱਕ ਲੋਕ ਪਰਮੇਸ਼ਵਰ ਦਾ ਨਾਮ ਲੈਂਦੇ ਨੇ ਦੁਨੀਆ ਨੂੰ ਸੁਣਾਉਣ ਲਈ ਤੇ ਮਤਲਬ ਲਈ। ਰਾਮ ਰਾਮ ਸਭ ਕੋ ਕਹੇ, ਕਹਿਆ ਰਾਮ ਨਾ ਹੋਵੇ। ਸਿਰਫ ਕਹਿਣ ਨਾਲ ਗੱਲ ਨਹੀਂ ਬਣਨੀ। ਸੋ ਸੋਈ ਰਾਮ ਸਮਝ ਕਹੇ ਸੋਈ ਕੌਤਕ ਹਾਰ। ਇੱਕ ਰਾਮ ਲੋਕੀ ਦੂਧ ਰਾਮ ਮੱਖਣੀ ਰਾਮ ਬੋਲਦੇ ਨੇ, ਜਾ ਕੇ ਘਰਾਂ ਵਿੱਚ ਛਕਦੇ ਮੌਜਾਂ ਕਰਦੇ ਨੇ। ਪਰ ਜਿਹੜੇ ਪਰਮੇਸ਼ਵਰ ਦਾ ਭੈ ਰੱਖ ਕੇ ਵਾਹਿਗੁਰੂ ਨੂੰ ਹਾਜ਼ਰ ਜਾਣ ਕਰਕੇ ਉਸ ਦਾ ਨਾਮ ਲੈਂਦੇ ਨੇ ਅਤੇ ਉਸ ਦੇ ਨਾਮ ਦਾ ਸਿਮਰਨ ਕਰਦੇ ਕਰਦੇ ਆਪਣੀ ਸੁਰਤ ਨੂੰ ਲਗਾਤਾਰ ਸਿਮਰਨ ਵਿੱਚ ਜੋੜਦੇ ਪਰਮੇਸ਼ਵਰ ਦੇ ਭੈ 'ਚ ਰਹਿੰਦੇ ਨੇ। ਇਹ ਹੈ ਲਿਵ।
ਤੋ ਜਿਹੜੇ ਇਸ ਪ੍ਰਕਾਰ ਸੋ ਲਿਵ ਵਿੱਚ ਜੁੜ ਜਾਣ, ਜਿਉ ਤਸਕਰ ਕੋ ਤਰਾਸਤ ਵੇਰੀ। ਤੇ ਜਿਹੜੇ ਲੋਕ ਲਿਵ ਨਹੀਂ ਜੋੜਦੇ ਪਰਮੇਸ਼ਵਰ ਦੇ ਸਿਮਰਨ ਵਿੱਚ, ਵਾਹਿਗੁਰੂ ਪਰਮੇਸ਼ਵਰ 'ਚ ਭਾਵਨਾ ਨਹੀਂ ਕਰਦੇ, ਕਹਿੰਦੇ ਫਿਰ ਉਹਨਾਂ ਦੀ ਹਾਲਤ ਇਹ ਹੁੰਦੀ ਹੈ ਜਿਉ ਸੰਨੀ ਉੱਪਰ ਚੋਰ। ਜਿਵੇਂ ਸੰਨ ਲਾਉਂਦਾ ਕੋਈ ਚੋਰ ਫੜ ਲੈ ਨਾ, ਤੇ ਜਿਹੜਾ ਆਵੇ ਉਹਨੂੰ ਕੁੱਟੀ ਜਾਂਦਾ ਹੈ, ਦੋਸ਼ੀ ਜਾਣ ਕਰਕੇ ਉਹਦੀਆਂ ਚੀਕਾਂ ਨੂੰ ਕੋਈ ਕਹਿੰਦੇ ਹੋਰ ਕੁੱਟੋ ਇਸ ਨੂੰ, ਇਹ ਤੇ ਚੋਰ ਹੈ। ਕਹਿੰਦੇ ਜਿਉਂ ਇਉਂ ਕੁੱਟ ਪੈਂਦੀ ਆ, ਇਉਂ ਪਰਲੋਕ ਵਿੱਚ ਜਾ ਕੇ ਉਹਨਾਂ ਲੋਕਾਂ ਨੂੰ ਕੁੱਟ ਪੈਂਦੀ ਆ। ਫਿਰ ਕਿਉਂ ਨਾ ਛੁਡਾਵਹਿ ਅਵਗੁਣ ਹੇਰੀ। ਤੋ ਉਸ ਨੂੰ ਫਿਰ ਕੋਈ ਵੀ ਛਡਾਉਂਦਾ ਨਹੀਂ, ਕਹਿੰਦੇ ਔਗਣਾ ਹੈ, ਇਹ ਚੋਰ ਹੈ, ਇਸ ਪ੍ਰਕਾਰ ਮਾੜਾ ਕਰਮ ਕਰਦਾ ਹੈ, ਇਹਨੂੰ ਕੁੱਟ ਪੈਣੀ ਚਾਹੀਦੀ ਆ। ਕਿਉਂ ਜਮ ਕੈ ਢਿਗ ਗਹਿਓ ਅਕੇਲਾ। ਇਉਂ ਕਹਿੰਦੇ ਫਿਰ ਜਮਦੂਤਾਂ ਦੇ ਬਸ ਇਕੱਲਾ ਹੀ, ਆਵਤ ਅਕੇਲਾ ਜਾਤ ਅਕੇਲਾ, ਹਮ ਤੁਮ ਸੰਗ ਝੂਠੇ ਸਭ ਬੋਲਾ, ਬਾਣੀ ਦਾ ਫਰਮਾਨ ਹੈ। ਕੱਲਾ ਆਇਆ ਕੱਲਾ ਹੀ ਜਾਵੇਗਾ। ਅਨਕ ਜਾਤਨਾ ਮਹਿ ਦੁਹੇਲਾ। ਤੇ ਬਹੁਤ ਸਾਰੀਆਂ ਤਾੜਨਾ ਸਜਾਵਾਂ ਸਹਾਰਦਾ ਤੇ ਬੜਾ ਦੁਖੀ ਹੁੰਦਾ ਹੈ, ਜਮਦੂਤ ਮਾਰਦੇ ਹਨ। ਦੋਹਰਾ ਸੁਤ ਬਨਤਾ ਦਿਕ ਰਾਜ ਸੁਖ। ਜੋ ਇਸ ਪ੍ਰਕਾਰ ਧੀਆਂ ਪੁੱਤਰ ਤੇ ਰਾਜ ਦੇ ਸੁਖ ਹਨ ਇਸ ਦੁਨੀਆ ਵਿੱਚ, ਸਭੈ ਪਦਾਰਥ ਪਾਸ। ਸਾਰੇ ਪਦਾਰਥ ਜਿਹਦੇ ਕੋਲ ਹਨ, ਵੈਸ ਬਿਹਾਵੈ ਨਾਮ ਬਿਨ। ਤੇ ਜਿਹੜਾ ਉਮਰ ਗੁਜ਼ਾਰਦਾ ਹੈ ਪਰਮੇਸ਼ਵਰ ਦੇ ਨਾਮ ਤੋਂ ਬਿਨਾ, ਮਾਇਆ ਨਾ ਪ੍ਰਭ ਕੀ ਤਰਾਸ। ਤੋ ਤਾਸ ਕਹਿੰਦੇ ਉਹਦੇ ਉੱਤੇ ਰੱਬ ਦੀ ਫਿਰ ਦਇਆ ਕਦੇ ਨਹੀਂ ਹੁੰਦੀ। ਜਿਹੜਾ ਰੱਬ ਨੂੰ ਯਾਦ ਨਹੀਂ ਕਰਦਾ, ਫਿਰ ਰੱਬ ਕਿਉਂ ਉੱਤੇ ਕਿਰਪਾਲੂ ਹੋਵੇਗਾ? ਇਸ ਵਾਸਤੇ ਰੱਬ ਦੀ ਦਇਆ ਨਹੀਂ ਹੁੰਦੀ ਹੈ ਉਸ ਤੇ। ਪਾਂਦੇ ਸੁਨ ਸਰੋਨਨ ਬਿਖੈ। ਕੰਨਾਂ ਵਿੱਚ ਪਾਂਦਾ ਜੀ ਨੇ ਇਹ ਜਦੋਂ ਧੰਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਬਚਨ ਸੁਣੇ ਹਨ, ਚਮਕੀ ਚੌਂਪ ਅਪਾਰ। ਹੁਣ ਪਾਂਦੇ ਦਾ ਮਨ ਜਿਹੜਾ ਨਾ ਪੂਰਨ ਸ਼ਰਧਾ ਵਿੱਚ ਆ ਗਿਆ। ਇਹਦੇ ਮਨ ਵਿੱਚ ਚੌਂਪ ਬਹੁਤ ਸੋ ਪ੍ਰਬਲ ਇੱਛਾ ਜਾਗੀ ਹੈ। ਗੁਰਬਚ ਅੰਕਸ ਨਾਗ ਮਨ। ਮਾਨੋ ਕਿ ਇਸ ਪਾਂਦੇ ਦਾ ਮਨ ਤਾਂ ਹਾਥੀ ਹੈ, ਤੇ ਗੁਰੂ ਪਾਤਸ਼ਾਹ ਜੀ ਦੇ ਬਚਨ ਕੁੰਡੇ ਦੇ ਨਹੀਂ ਆਈ ਹਨ। ਜੋ ਹਾਥੀ ਦੇ ਸਿਰ ਤੇ ਕੁੰਡਾ ਹੋਵੇ ਤੇ ਮਹਾਬਤ ਉਸ ਨੂੰ ਆਗਿਆ 'ਚ ਚਲਾਉਂਦਾ ਹੈ। ਭਾਵ ਗੁਰੂ ਸਾਹਿਬ ਦੇ ਅਨੁਸਾਰੀ ਮਨ ਹੋ ਗਿਆ ਹੈ। ਲੱਖ ਕਰ ਤੇ ਅਨੁਸਾਰ। ਤਾਂ ਗੁਰੂ ਪਾਤਸ਼ਾਹ ਮਹਾਰਾਜ ਨੇ ਤੱਕਿਆ ਹੈ ਕਿ ਇਹ ਅਨੁਸਾਰੀ ਹੋ ਗਿਆ ਹੁਕਮ। ਚੌਪਈ ਕਲਾਵਾਨ ਤੁਮ ਮੈਂ ਮਨ ਜਾਣੈ। ਹੁਣ ਕਹਿੰਦਾ ਹੈ ਮਹਾਰਾਜ ਮੈਂ ਸਮਝ ਲਿਆ, ਪਹਿਲਾਂ ਮੈਂ ਤੁਹਾਨੂੰ ਜਾਣਿਆ ਸੀ ਬਾਲਕ ਹੈ, ਪਰ ਅੱਜ ਹੁਣ ਮੈਂ ਜਾਣਿਆ ਕਿ ਤੁਸੀਂ ਸ਼ਕਤੀਵਾਨ ਹੋ, ਕਲਾਵਾਨ, ਤੁਹਾਡੇ ਵਿੱਚ ਸ਼ਕਤੀ ਹੈ, ਤੁਸੀਂ ਕਲਾਵਾਨ ਹੋ, ਮਨ 'ਚ ਜਾਣਿਆ ਮੈਂ। ਰੁਚਰ ਬਚਨ ਦਾਨੀ ਕਲਿਆਣੇ। ਤੇ ਤੁਸੀਂ ਸੋਹਣੇ ਸੁੰਦਰ ਜਿਹੜੇ ਰੁਚਰ ਬਚਨ ਕੀਤੇ ਨਾ ਸੁੰਦਰ, ਇਹ ਮਹਾਰਾਜ ਮੁਕਤੀ ਦੇਣ ਵਾਲੇ ਨੇ, ਜੀਵ ਦਾ ਪ੍ਰਲੋਕ ਵਿੱਚ ਭਲਾ ਕਰਨ ਵਾਲੇ ਹਨ ਜੀ। ਇੱਕ ਸ਼ੰਕਾ ਸੋ ਸੰਕਟ ਮਨ ਹੈ। ਮਹਾਰਾਜ ਮੇਰੇ ਮਨ ਵਿੱਚ ਅਜੇ ਇੱਕ ਹੋਰ ਸਵਾਲ ਹੈ, ਇੱਕ ਸ਼ੰਕਾ ਹੋਰ ਹੈ। ਉੱਤਰ ਦੇਹੋ ਲਖਿਓ ਗੁਰੂ ਜਨ ਹੈ। ਤੇ ਮੈਂ ਤੁਹਾਨੂੰ ਹੁਣ ਗੁਰੂ ਜਾਣ ਲਿਆ ਤੇ ਜਨ ਮੈਂ ਤੁਹਾਡਾ ਬਣ ਗਿਆ ਸੇਵਕ ਮਨ ਕਰਕੇ। ਹੁਣ ਕਿਰਪਾ ਕਰੋ ਮੇਰੇ ਮਨ ਦੀ ਤਸੱਲੀ ਕਰੋ, ਕਿਉਂਕਿ ਸਿਆਣੇ ਜਨ ਬਚਨ ਕਰਦੇ ਨੇ, ਬਾਣੀ ਦਾ ਬਚਨ ਹੈ ਗੁਰ ਮਿਲੀਐ ਸ਼ੰਕ ਉਤਾਰ। ਜਦੋਂ ਗੁਰੂ ਨੂੰ ਮਿਲਣਾ ਮਨ ਦੇ ਸ਼ੰਕੇ ਦੂਰ ਕਰਨੇ ਨੇ, ਜੇ ਕੋਈ ਹੈ ਤੇ ਗੁਰੂ ਕੋਲੋਂ ਨਿਵਰਤ ਕਰ ਲੈਣਾ ਹੈ। ਕਹਿੰਦਾ ਮਹਾਰਾਜ ਮੇਰੇ ਮਨ ਦਾ ਸ਼ੰਕਾ ਦੂਰ ਕਰੋ। ਜੇ ਸੁਲਤਾਨ ਖਾਨ ਫਸਨੇਹੂ। ਜਿਹੜੇ ਮਹਾਰਾਜ ਖਾਨ ਲੋਕ ਨੇ ਰਜਵਾੜੇ, ਜਿਹੜੇ ਸੁਲਤਾਨ ਚੱਕਰਵਰਤੀ ਪਾਤਸ਼ਾਹ ਲੋਕ ਹਨ, ਜਿਹੜੇ ਨਾਮ ਸਮਾਰਹਿ ਭੂਲ ਨਾ ਕੇਹੂ। ਭੁੱਲ ਕੇ ਵੀ ਰੱਬ ਦਾ ਨਾਮ ਨਹੀਂ ਲੈਂਦੇ, ਮੋਹ ਵਿੱਚ ਫਸੇ ਹਨ ਜੋ। ਤਿਨ ਕੋ ਕਿਉ ਭੈ ਦੇਤ ਨਾ ਸੁਆਮੀ। ਤੇ ਮਹਾਰਾਜ ਫਿਰ ਵਾਹਿਗੁਰੂ ਕਿਉਂ ਨਹੀਂ ਇਹਨਾਂ ਨੂੰ ਭੈ ਪਾ ਦਿੰਦਾ, ਇਹਨਾਂ ਨੂੰ ਡਰ ਕਿਉਂ ਨਹੀਂ ਦਿੰਦਾ? ਮਹਾਰਾਜ ਡਰਾ ਦੇਵੇ ਇਹਨਾਂ ਨੂੰ। ਜਾਤੇ ਸਿਮਰਹਿ ਅੰਤਰਜਾਮੀ। ਤੇ ਜਿਸ ਕਰਕੇ ਅੰਤਰਜਾਮੀ ਪਰਮੇਸ਼ਵਰ ਜੀ ਦਾ ਇਹ ਸਿਮਰਨ ਕਰਨ ਲੱਗ ਪੈਣ। ਭਾਵ ਸੀ ਵੀ ਜਿਹੜੇ ਰੱਬ ਦਾ ਭਜਨ ਨਹੀਂ ਕਰਦੇ, ਰਾਜੇ ਮਹਾਰਾਜੇ ਪਦਾਰਥ ਰੱਬ ਨੇ ਸਾਰੇ ਦਿੱਤੇ ਨੇ, ਤੇ ਜੇ ਰੱਬ ਉਹਨਾਂ ਨੂੰ ਭੈ ਡਰ ਪਾ ਦੇਵੇ ਤੇ ਉਹ ਆਪੇ ਡਰ ਕੇ ਪਰਮੇਸ਼ਵਰ ਦਾ ਨਾਮ ਜਪਣ ਜੀ। ਨਿਰਭੈ ਬਿਸਵਨ ਮਹਿ ਰਚ ਮਾਨਵ। ਇਹ ਮਨੁੱਖ ਜਿਹੜੇ ਨਿਰਭੈ ਹੋ ਕਰਕੇ, ਨਿਡਰ ਹੋ ਕਰਕੇ ਪਦਾਰਥਾਂ ਵਿੱਚ ਹੀ ਲੱਗੇ ਹੋਏ ਹਨ। ਭੁੱਲੇ ਭਜਨ ਨੈਕ ਨਹਿ ਜਾਣਵ। ਤੋ ਜਿਹੜੇ ਪਰਮੇਸ਼ਵਰ ਦੇ ਭਜਨ ਨੂੰ ਭੁੱਲੇ ਹੋਏ ਨੇ, ਥੋੜੇ ਮਾਤਰ ਵੀ ਪਰਮੇਸ਼ਵਰ ਨੂੰ ਜਾਣਦੇ ਨਹੀਂ ਹਨ। ਮਨ ਕੀ ਤਨ ਧਨ ਮਹਿ ਅਤ ਪ੍ਰੀਤੂ। ਤੋ ਇਹ ਮਨ ਦੀ ਸੋ ਤਨ ਸਰੀਰ ਵਿੱਚ ਤੇ ਧਨ ਆਦਿਕ ਦੇ ਵਿੱਚ ਹੀ ਉਹਨਾਂ ਦੀ ਪ੍ਰੀਤ ਲੱਗੀ ਹੈ। ਤਜ ਨਾ ਸਕਹਿ ਚਿਤ ਦ੍ਰਿੜ ਪ੍ਰਤੀਤੂ। ਤੇ ਇਹਨਾਂ ਦੇ ਮਨ ਵਿੱਚ ਦ੍ਰਿੜ ਭਰੋਸਾ ਧਨ ਆਦਿਕ ਦੇ ਉੱਤੇ ਹੀ ਹੈ ਜਾਂ ਸਰੀਰ ਤੇ ਹੈ, ਉਹਨੂੰ ਤਿਆਗ ਨਹੀਂ ਸਕਦੇ ਜੀ। ਦੋਹਰਾ ਥਿਰਤਾ ਸੀ
ਸੰਸਾਰ ਮਹਿ ਸੰਸਾਰ ਦੇ ਵਿੱਚ ਜੋ ਟਿਕਾਓ ਹੈ ਲੱਖ ਸੰਚੈ ਅਤ ਆਥ ਤਾਂ ਬਹੁਤਾ ਧਨ ਇਸ ਲਈ ਇਕੱਠਾ ਕਰਦੇ ਲੋਕ ਬਈ ਆਪਾਂ ਦੁਨੀਆ 'ਚ ਟਿਕੇ ਰਹਿਣਾ ਹੈ, ਸੋ ਇਸ ਮੁਕਾਮ ਸਥਿਤੀ ਅਸੀਂ ਸਦਾ ਰਹਿਣਾ, ਸਾਨੂੰ ਧਨ ਬਹੁਤ ਚਾਹੀਦਾ ਹੈ। ਸੁਨਤ ਸਰੋਨ ਆਨਨ ਭਨਨ ਤੋ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਕੰਨਾਂ ਦੇ ਵਿੱਚ ਇਹ ਬਚਨ ਸੁਣ ਕਰਕੇ ਮੁਖ ਤੋਂ ਉਚਾਰਦੇ ਹਨ। ਨਾਨਕ ਦੀਨਾਨਾਥ ਗਰੀਬਾਂ ਦੇ ਸਵਾਮੀ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਸੋ ਬਖਸ਼ਿਸ਼ ਕਰਦੇ ਨੇ, ਇਸ ਦਾ ਉੱਤਰ ਦਿੰਦੇ ਹਨ ਜੀ। ਸ੍ਰੀ ਮੁਖ ਵਾਕ ਪੈ ਤੇਰੇ ਡਰ ਅਗਲਾ ਖਪ ਖਪ ਛਿਜੈ ਦੇਹ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਹਜੂਰ ਕਹਿੰਦੇ ਨੇ ਭੈ ਤੇਰਾ ਡਰ ਅਗਲਾ। ਭਾਈ ਵਾਹਿਗੁਰੂ ਪਰਮੇਸ਼ਵਰ ਨੇ ਭੈ ਤਾਂ ਬਹੁਤ ਦਿੱਤਾ ਹੀ ਹੋਇਆ, ਦਿਨੇ ਰਾਤ ਜੀਵ ਨੂੰ ਭੈ ਜ਼ਰੂਰ ਹੈ, ਕਿਉਂਕਿ ਇਹ ਵਿਦਵਾਨ ਜਨਾਂ ਦਾ ਵਿਚਾਰ ਹੈ ਕਿ ਜਦੋਂ ਤੱਕ ਕਿਸੇ ਨੂੰ ਡਰ ਨਹੀਂ ਉਹਨਾਂ ਚਿਰ ਕੋਈ ਨਾਮ ਨਹੀਂ ਜਪਦਾ। ਜਦੋਂ ਤੱਕ ਰੱਬ ਦਾ ਡਰ ਮਨ 'ਚ ਨਾ ਆਵੇ ਬੰਦਾ ਨਾਮ ਨਹੀਂ ਜਪਦਾ ਹੈ। ਤੇ ਇਸ ਵਾਸਤੇ ਤੇ ਗੁਰੂ ਸਾਹਿਬ ਕਹਿੰਦੇ ਨੇ ਭੈ ਤੇਰਾ ਡਰ ਅਗਲਾ ਖਪ ਖਪ ਛਿਜੈ ਦੇ। ਡਰ ਤਾਂ ਦਿਨੇ ਰਾਤ ਹੈ ਜੀਵਾਂ ਦੇ ਤਾਈਂ, 7 ਪ੍ਰਕਾਰ ਦੇ ਡਰ ਸੋ ਵਿਦਵਾਨਾਂ ਨੇ ਗ੍ਰੰਥਾਂ ਵਿੱਚ ਕਥਨ ਕੀਤੇ ਹਨ। ਤੇ ਕਹਿੰਦੇ ਖਪ ਖਪ ਛਿਜੈ ਦੇ, ਜਿਹਦੇ ਵਿੱਚ ਲੱਗ ਕਰਕੇ ਬੰਦਾ ਖਪ ਖਪ ਕਰਕੇ ਸਰੀਰ ਜਿਹੜਾ ਹੈ ਛਿਜਦਾ ਹੈ, ਦਿਨੋਂ ਦਿਨ ਕਮਜ਼ੋਰ ਹੁੰਦਾ ਹੈ। ਨਾਵ ਜਿੰਨਾ ਸੁਲਤਾਨ ਖਾਨ ਹੁੰਦੇ ਡਿੱਠੇ ਖੇਹ ਹਜੂਰ ਕਹਿੰਦੇ ਦੇਖੋ ਭਈ ਜਿਹਨਾਂ ਦੇ ਨਾਮ ਸੀ ਖਾਨ ਸੁਲਤਾਨ, ਬੜੇ ਬੜੇ ਨਾਮ ਸਨ, ਸਾਰੇ ਹੀ ਖੇਹ ਵਿੱਚ ਹੀ ਮਿਲੇ ਨੇ। ਚਾਹੇ ਕਿਸੇ ਨੇ ਕਬਰ ਬਣਾਤੀ, ਚਾਹੇ ਕਿਸੇ ਨੇ ਸੰਸਕਾਰ ਕਰ ਦਿੱਤਾ, ਆਖਰ ਤਾਂ ਮਿੱਟੀ ਹੋਣੀ ਹੈ। ਸੋ ਹੋਏ ਭਸਮੜ ਭੌਰ ਸਿਧਾਇਆ, ਭਸਮ ਸਵਾਹ ਦੀ ਢੇਰੀ ਸਰੀਰ ਬਣ ਜਾਂਦਾ ਹੈ, ਭੌਰ ਵਿੱਚੋਂ ਉੱਡ ਜਾਂਦਾ ਹੈ। ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇਹ ਦੇਖੋ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਦੇਖੋ ਉੱਠੀ ਚੱਲਿਆ, ਬੰਦਾ ਉੱਠ ਜਾਂਦਾ ਹੈ, ਸਭ ਕੂੜੇ ਟੁੱਟੇ। ਸਭ ਕਹਿੰਦੇ ਨੇ ਪ੍ਰੇਮ ਸਾਰਿਆਂ ਦੇ ਟੁੱਟ ਜਾਂਦੇ ਹਨ। ਜਿੰਨਾ ਮਰਜ਼ੀ ਕਿਸੇ ਦੇ ਨਾਲ ਨੇੜ ਦਾ ਪ੍ਰੇਮ ਕਰੇ, ਜਦੋਂ ਸਰੀਰ ਜਿਹੜਾ ਲੋਥ ਬਣ ਜਾਂਦਾ ਹੈ, ਸਾਰੇ ਕਹਿੰਦੇ ਛੇਤੀ ਕਾਢੋ ਕਾਢੋ ਹੋਈ, ਕਹਿੰਦੇ ਹੁਣ ਕੀ ਕਰਨਾ ਇਸ ਨੂੰ। ਇਸ ਵਾਸਤੇ ਕੋਈ ਵੀ ਆਪਣਾ ਉੱਥੇ ਨਹੀਂ ਬਣਦਾ ਹੈ। ਚੌਪਈ ਨਿਸ ਬਸਰ ਇਸ ਸਰਸ ਡਰਾਉ ਤੋ ਕਹਿੰਦੇ ਦਿਨੇ ਰਾਤ ਇਸ ਨੂੰ ਡਰ ਤਾਂ ਬਹੁਤ ਹੈ। ਪਾਂਧਾ ਜੀ ਨੇ ਕਿਹਾ ਸੀ ਭਈ ਰੱਬ ਕਿਉਂ ਨਹੀਂ ਇਹਨਾਂ ਨੂੰ ਡਰ ਪਾਉਂਦਾ। ਇਹ ਜਿਹੜੇ ਲੋਕ ਦੁਨੀਆ ਦੇ ਵਿੱਚ ਨਾਮ ਜਪਦੇ ਨਹੀਂ ਅਗਿਆਨੀ ਬਣ ਕਰਕੇ, ਤੇ ਜੇ ਰੱਬ ਡਰ ਪਾ ਦੇਵੇ ਤੇ ਆਪੇ ਜਪਣ। ਮਹਾਰਾਜ ਕਹਿੰਦੇ ਡਰ ਤਾਂ ਹੈਗਾ, ਪਰ ਇਹ ਲੋਕ ਜਾਣਦੇ ਨਹੀਂ ਹਨ। ਮੰਦ ਮਤੀ ਭਾ ਭੈ ਸੋ ਭੁਲਾਓ ਇਹ ਮੰਦੀ ਮਤ ਵਾਲਿਆਂ ਨੇ ਰੱਬ ਦਾ ਡਰ ਭੁਲਾਇਆ ਹੋਇਆ ਹੈ, ਕਿਉਂਕਿ ਜਦੋਂ ਪਤਾ ਲੱਗ ਪਾਰੋਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਨ। ਉਹ ਆਂਢੀਆਂ ਗੁਆਂਢੀਆਂ ਦੀਆਂ ਅਰਥੀਆਂ ਲੈ ਕੇ ਜਾਂਦੇ ਆ ਸ਼ਮਸ਼ਾਨ ਨੂੰ, ਤੇ ਕੀ ਸਾਡੀ ਅਰਥੀ ਨਹੀਂ ਕਿਸੇ ਦਿਨ ਉੱਠਣੀ, ਪਰ ਸਾਨੂੰ ਯਾਦ ਨਹੀਂ ਹੈ। ਛਿਨ ਛਿਨ ਆਇਰ ਬੀਤਤ ਜਾਈ ਦੇਖੋ ਉਮਰ ਜਿਹੜੀ ਹੈ ਇਹ ਛਿਨ ਛਿਨ ਕਰਕੇ ਬੀਤਦੀ ਜਾ ਰਹੀ ਹੈ। ਦਿਨ ਦਿਨ ਦੇਹ ਦਸ਼ਾ ਪਲਟਾਈ ਤੇ ਕਿਉਂਕਿ ਪਤਾ ਲੱਗਦਾ ਦਿਨੋਂ ਦਿਨ ਸਰੀਰ ਦੀ ਦਸ਼ਾ ਹਾਲਤ ਬਦਲਦੀ ਜਾਂਦੀ ਹੈ। ਬਚਪਨ ਹੈ, ਬਚਪਨ ਤੋਂ ਜਵਾਨੀ ਹੈ, ਜਵਾਨੀ ਤੋਂ ਪ੍ਰੌਢਿਆ ਅਵਸਥਾ ਹੈ, ਪ੍ਰੌਢਿਆ ਤੋਂ ਬਿਰਧ ਅਵਸਥਾ ਹੈ, ਬਿਰਧ ਅਵਸਥਾ ਤੋਂ ਅੱਗੇ ਕੀ ਹੈ, ਫਿਰ ਜਾਣਾ ਹੀ ਦੁਨੀਆ ਤੋਂ। ਵਿਸਵਨ ਮਹਿ ਖਬਹੁ ਕਰਨੇਹਾ ਤੇ ਫਿਰ ਵਿਸ਼ਿਆਂ ਵਿਕਾਰਾਂ ਵਿੱਚ ਪਦਾਰਥਾਂ ਦੇ ਸਵਾਦਾਂ ਵਿੱਚ ਬਹੁਤਾ ਮੋਹ ਕਰਦਾ ਹੈ ਜੀਵ। ਅੰਤ ਕਾਲ ਮਹਿ ਛਿਜਤ ਦੇਹਾ ਤੇ ਅੰਤ ਨੂੰ ਇਹ ਛਿਜਦੀ ਕਮਜ਼ੋਰ ਹੁੰਦੀ ਹੁੰਦੀ ਦੇਹ ਜੜੀਆਂ ਸਿਥਲ ਹੋ ਜਾਂਦੀ ਹੈ। ਨਾਉ ਖਾਨ ਸੁਲਤਾਨ ਪਨੇਹੀ ਤੇ ਜਿਹਨਾਂ ਦੇ ਬੜੇ ਬੜੇ ਸੁਲਤਾਨ ਚੱਕਰਵਰਤੀ ਪਾਤਸ਼ਾਹ ਬੜੇ ਬੜੇ ਖਾਨ ਸਾਹਿਬ ਜਿਹੜਾ ਨਾਮ ਰਖਾਏ, ਦ੍ਰਿਸ਼ਟਾਵਤ ਹੈ ਮਿਲਤੇ ਖੇਹੀ ਤੇ ਦੇਖੋ ਆਪਾਂ ਦਿਸਦੇ ਹੀ ਨੇ। ਸੋ ਕਹਿੰਦੇ ਨੇ ਭਾਈ ਖੇਹ ਵਿੱਚ ਮਿਲ ਜਾਂਦੇ ਨੇ। ਇਸਲਾਮ ਧਰਮ ਦੇ ਪੁਸਤਕਾਂ ਵਿੱਚ ਲਿਖਿਆ ਹੋਇਆ ਹੈ ਕਿ ਇਹ ਪ੍ਰਾਣੀ ਜਦੋਂ ਤੂੰ ਸੋ ਇੱਕ ਕਦਮ ਭਰਦਾ ਹੈ ਧਰਤੀ ਤੇ ਚੱਲਦਾ, ਇੱਕ ਕਦਮ ਰੱਖਦਾ ਨਾ, ਉਹ ਸਮਝੋ ਕਿ ਵਜ਼ੀਰ ਦੀ ਕਬਰ ਤੇ ਹੈ, ਤੇ ਹਰ ਦੂਜਾ ਕਦਮ ਜਿਹੜਾ ਇਹ ਪਾਤਸ਼ਾਹ ਦੀ ਕਬਰ ਤੇ ਪੈਰ। ਇੰਨੇ ਦੁਨੀਆ ਵਿੱਚ ਰਾਜੇ ਤੇ ਵਜ਼ੀਰ ਹੋ ਗਏ ਨੇ, ਬਾਕੀ ਦੁਨੀਆ ਦਾ ਤਾਂ ਕੀ ਲੇਖਾ ਹਿਸਾਬ ਦਸੀਏ। ਭਾਵ ਕਿ ਸਭ ਮਰ ਕੇ ਜਾਂਦੇ ਹਨ। ਪੂਰੋ ਨੇਹੋ ਦੇਹ ਤਨ ਜੋਊ ਤੋ ਕਹਿੰਦੇ ਦੇਹ ਤੇ ਧਨ
ਇਸ ਦਾ ਨੇ ਮੋਹ ਜਿਹੜਾ ਹੈ ਇਹ ਝੂਠਾ ਹੈ। ਛੋੜ ਚਲਿਓ ਬਸ ਚਲਤ ਨਾ ਕੋਊ। ਇਹ ਛੱਡ ਕਰਕੇ ਤੁਰ ਜਾਂਦਾ, ਕੋਈ ਬਸ ਨਹੀਂ ਚੱਲਦਾ ਹੈ। ਬੜੇ ਬੜੇ ਦੁਨੀਆ 'ਚ ਲੋਕ ਹੋਏ ਕਹਿੰਦੇ ਦੇਖਾਂਗੇ ਜਮਦੂਤਾਂ ਨੂੰ, ਪਰ ਅਖੀਰ ਨੂੰ ਕੋਈ ਪੇਸ਼ ਨਹੀਂ ਜਾਂਦੀ ਕਿਸੇ ਦੀ। ਨਹਿ ਜਾਵੈ ਇਹ ਸੰਗ ਅਗਾਰੀ। ਕਹਿੰਦੇ ਨੇ ਭਾਈ ਇਹ ਨਾਲ ਨਹੀਂ ਜਾਂਦਾ ਹੈ। ਜੋ ਇੱਥੇ ਦਾ ਧਨ ਦੌਲਤ ਹੈ ਇਹ ਸਾਰੇ ਹੀ ਇੱਥੇ ਰਹਿ ਜਾਂਦੇ ਹਨ। ਜਿਨਹਿ ਹੇਤ ਨਿਜ ਬਾਜੀ ਹਾਰੀ। ਭਾਈ ਜਿਨ੍ਹਾਂ ਦੇ ਵਿੱਚ ਮੋਹ ਕਰਕੇ ਜੀਵਨ ਦੀ ਬਾਜੀ ਜੀਵ ਹਾਰ ਜਾਂਦਾ ਹੈ ਤਾਂ ਕੁਝ ਵੀ ਖਟਦਾ ਨਹੀਂ ਹੈ, ਤਾਂ ਕਹਿੰਦੇ ਨੇ ਵੀ ਸਾਰਾ ਕੁਝ ਇੱਥੇ ਹੀ ਰਹਿ ਜਾਂਦਾ ਹੈ। ਦੋਹਰਾ ਗਿਆਨਹੀਨ ਅਗਮ ਅਗਿਆਨ ਮੈਂ ਹੈ। ਇਹ ਗਿਆਨ ਤੋਂ ਸਖਣਾ ਅਗਿਆਨੀ ਜੋ ਜੀਵ ਹੈ। ਨਹਿ ਜਾਣਹਿ ਨਿਜ ਕਾਲ। ਇਹ ਆਪਣੇ ਕਾਲ ਨੂੰ, ਆਪਣੀ ਮੌਤ ਨੂੰ ਪਛਾਣਦਾ ਹੀ ਨਹੀਂ। ਭਗਤ ਕਬੀਰ ਜੀ ਨੇ ਤਾਂ ਇਉਂ ਬਿਆਨ ਕੀਤਾ, ਕਹਿੰਦੇ ਜਨਨੀ ਜਾਣਤ ਸੁਤ ਵੱਡਾ ਹੋਤ ਹੈ, ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਵਤ ਘਟਤਾ ਹੈ। ਮੋਰ ਮੋਰ ਕਰ ਅਧਿਕ ਲਾਡ ਤਰ ਪੇਖਤ ਹੀ ਜਮ ਰਾਓ ਹੱਸੈ। ਮਾਤਾ ਕਹਿੰਦੀ ਮੇਰਾ ਤਿੱਤਰ ਹੈ, ਮੇਰਾ ਮੋਰ ਹੈ, ਲਾਡਲਾ ਬੱਚਾ ਹੈ। ਇਹ ਹੁਣ ਸਾਲ ਦਾ ਹੋ ਗਿਆ, 2 3 4 ਸਾਲ 5 ਦਾ ਹੋ ਗਿਆ। ਮਾਤਾ ਸਾਲ ਗਿਣਦੀ ਹੈ ਤੇ ਜਮਦੂਤ ਹੱਸਦਾ ਹੈ ਕਿ ਜਿੰਨੀ ਉਮਰ ਲਿਖਾ ਕੇ ਪਰਮੇਸ਼ਰ ਦੇ ਘਰੋਂ ਆਇਆ ਨਾ, ਉਹਦੇ ਵਿੱਚੋਂ ਇੰਨੀ ਉਮਰ ਘਟ ਗਈ ਹੈ ਤੇ ਘਟਦੀ ਘਟਦੀ ਘਟ ਜਾਣੀ ਹੈ। ਅਕਸਰ ਨੂੰ ਮੈਂ ਫੜ ਲੈਣਾ ਹੈ। ਇਸ ਵਾਸਤੇ ਜਿੰਨੀ ਉਮਰ ਅਸੀਂ ਗਿਣਦੇ ਇੰਨੇ ਸਾਲ ਦੀ ਉਮਰ ਹੋ ਗਈ, ਸਮਝੋ ਉਹ ਤਾਂ ਘਟ ਗਈ। ਅਖੀਰ ਸਿਰਾ ਨੇੜੇ ਆਉਣ ਵਾਲਾ ਹੈ। ਨੈਣਹੀਨ ਜਿਉ ਜਾਤ ਹੈ। ਕਹਿੰਦੇ ਜਿਸ ਤਰ੍ਹਾਂ ਕਿਸੇ ਦੀਆਂ ਨੇਤਰਾਂ ਵਿੱਚ ਜਿਵੇਂ ਨਿਗਾਹ ਨਾ ਹੋਵੇ ਤੇ ਉਹ ਜਾਂਦਾ ਹੈ ਤੁਰਿਆ। ਸਾਹਮਣੇ ਸਰਪ ਵਿਸਾਲ। ਸਾਹਮਣੇ ਅਜਗਰ ਸੱਪ ਮੂੰਹ ਖਿਲਾਰ ਕੇ ਖੜਾ ਹੋਵੇ ਤੇ ਨੇਤਰਾਂ ਤੋਂ ਜਿਹੜਾ ਹੀਣਾ ਬੰਦਾ ਹੈ ਉਹ ਸਿੱਧਾ ਹੀ ਅਜਗਰ ਸੱਪ ਦੇ ਮੂੰਹ 'ਚ ਪੈਣ ਨੂੰ ਤੁਰਿਆ ਜਾਂਦਾ ਹੋਵੇ। ਚੌਪਈ ਕਰਨਾ ਕਰ ਸਤਿਗੁਰ ਜਿਸ ਭੇਟੈ। ਪਰ ਕਹਿੰਦੇ ਨੇ ਇਸ ਤੋਂ ਰੱਖਣ ਵਾਸਤੇ ਕਿਰਪਾ ਕਰਕੇ ਜਿਹਨਾਂ ਨੂੰ ਪੂਰਾ ਗੁਰੂ ਭੇਟਾ ਮਿਲ ਜਾਵੇ, ਜਿਹਨਾਂ ਨੂੰ ਪੂਰਾ ਗੁਰੂ ਮਿਲਾਪ ਹੋ ਜਾਵੇ, ਏਕੋ ਲਗਹਿ ਨਾ ਜਮ ਕੀ ਫੇਟੈ। ਉਸ ਨੂੰ ਜਮ ਦੀ ਫੇਟ, ਜਮ ਦੀ ਚਪੇੜ, ਜਮ ਦਾ ਕਸ਼ਟ ਜਿਹੜਾ ਉਸ ਨੂੰ ਲੱਗਦਾ ਨਹੀਂ ਹੈ। ਹਰਿ ਉਪਦੇਸ਼ ਗਿਆਨ ਦੇਨੈ ਨਾ। ਤੇ ਜਦੋਂ ਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼। ਗੁਰੂ ਪਾਤਸ਼ਾਹ ਜੀ ਗਿਆਨ ਰੂਪ ਨੇਤਰ ਗਿਆਨ ਚਕਸ਼ੂ ਬਖਸ਼ਦੇ ਹਨ। ਸਰਪ ਕਾਲ ਕੋ ਕਬ ਤੇ ਭੈਨਾ। ਉਸ ਨੂੰ ਕਾਲ ਰੂਪ ਸੱਪ ਦਾ ਕਦੇ ਡਰ ਨਹੀਂ, ਜਿਸ ਨੂੰ ਗੁਰੂ ਨੇ ਗਿਆਨ ਦੇ ਨੇਤਰ ਬਖਸ਼ ਦਿੱਤੇ ਹਨ। ਲਾਗੀ ਨਾਮ ਵਿਖੈ ਲਿਵ ਮਨ ਕੀ। ਜਿਹਨਾਂ ਦੇ ਮਨ ਦੀ ਲਿਵ ਪਰਮੇਸ਼ਵਰ ਦੇ ਸਤਨਾਮ ਸ੍ਰੀ ਵਾਹਿਗੁਰੂ ਦੇ ਨਾਮ ਵਿੱਚ ਲੱਗ ਗਈ ਹੈ। ਚਿਤ ਤੇ ਪ੍ਰੀਤ ਤਜੀ ਤਨ ਧਨ ਤੀ ਧਨ ਕੀ। ਉਹਨਾਂ ਨੇ ਆਪਣੇ ਚਿੱਤ ਦੇ ਵਿੱਚੋਂ ਤਨ ਸਰੀਰ ਦੀ ਤੇ ਧਨ ਦੀ ਪ੍ਰੀਤ ਜਿਹੜੀ ਉਹ ਤਿਆਗ ਦਿੱਤੀ ਹੈ। ਰਹਿੰਦੇ ਵਿੱਚ ਨੇ ਜਿਸ ਤਰ੍ਹਾਂ ਕਮਲ ਜਿਹੜਾ ਹੈ ਸੋ ਪਾਣੀ ਵਿੱਚ ਪੈਦਾ ਹੁੰਦਾ ਤੇ ਰਹਿੰਦਾ ਵੀ ਪਾਣੀ ਵਿੱਚ, ਔਰ ਪਾਣੀ ਉਸ ਦਾ ਜੀਵਨ ਹੈ। ਇਸੇ ਤਰ੍ਹਾਂ ਹੀ ਇਹ ਜਿਹੜਾ ਸਾਡਾ ਸਰੀਰ ਹੈ ਇਹ ਮਾਇਆ ਵਿੱਚ ਹੀ ਪੈਦਾ ਹੋਇਆ ਤੇ ਮਾਇਆ ਹੀ ਸਾਡਾ ਜੀਵਨ ਹੈ, ਕਿਉਂਕਿ 5 ਤੱਤ ਮਾਇਆ ਦੇ ਜਿਨ੍ਹਾਂ ਤੋਂ ਸਰੀਰ ਬਣਿਆ ਹੈ। ਸਾਡਾ ਭੋਜਨ, ਸਾਡੇ ਵਸਤਰ, ਰਹਿਣ ਸਹਿਣ, ਪਦਾਰਥ ਇਹ ਸਾਰੀ ਮਾਇਆ ਹੀ ਹੈ ਨਾ। ਮੇਰੇ ਹਜੂਰ ਪਾਤਸ਼ਾਹ ਜੀ ਨੇ ਕਿਹਾ ਇਹ ਜੋ ਵੀ ਦਿਸ ਰਿਹਾ ਹੈ ਕੁਦਰਤ ਦਿਸੈ, ਕੁਦਰਤ ਸੁਣੀ ਹੈ। ਜੋ ਦਿਸਦਾ ਹੈ ਜਿਹਨੂੰ ਅਸੀਂ ਸੁਣਦੇ ਹਾਂ ਇਹ ਸਾਰੀ ਕੁਦਰਤ ਮਾਇਆ ਹੈ ਰੱਬ ਦੀ, ਕਿਉਂਕਿ ਮਾਲਕ ਦੀ ਰਚਨਾ ਹੈ। ਇਸ ਵਾਸਤੇ ਹਜੂਰ ਕਹਿੰਦੇ ਨੇ ਇਹਦੇ ਵਿੱਚ ਸੋ ਨਾ ਮਨ ਮਰੈ ਨਾ ਮਾਇਆ ਮਰੈ। ਨਾ ਮਾਇਆ ਮਰਨੀ ਹੈ ਨਾ ਮਨ ਮਰਨਾ ਹੈ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਸਾਨੂੰ ਪ੍ਰੇਰਨਾ ਦਿੰਦੇ ਨੇ। ਜਿਸ ਤਰ੍ਹਾਂ ਚਿੱਕੜ ਚੋਂ ਤੇ ਜਲ ਚੋਂ ਪੈਦਾ ਹੋ ਕੇ ਕਮਲ ਤੇ ਪਾਣੀ ਵਿੱਚ ਰਹਿੰਦਾ, ਪਰ ਪਾਣੀ ਤੋਂ ਨਿਰਲੇਪ ਹੈ, ਗਿੱਲਾ ਨਹੀਂ ਹੁੰਦਾ। ਇਸੇ ਤਰ੍ਹਾਂ ਜਿਹਨੂੰ ਪੂਰਾ ਗੁਰੂ ਮਿਲ ਜਾਏ, ਪੂਰੇ ਗੁਰੂ ਦਾ ਉਪਦੇਸ਼ ਲੈ ਕੇ, ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ। ਪੂਰੇ ਗੁਰੂ ਦਾ ਉਪਦੇਸ਼ ਸੁਣੋ ਤੇ ਉਸ ਨੂੰ ਇਤਨਾ ਕਮਾਓ ਕਿ ਪਰਮੇਸ਼ਵਰ ਤੁਹਾਨੂੰ ਅੰਗ ਸੰਗ ਹੋ ਕਰਕੇ ਮਾਲਕ ਅਨੁਭਵ ਹੋ ਜਾਵੇ। ਤਾਂ ਫਿਰ ਪੂਰੇ ਗੁਰੂ ਦੀ ਕਿਰਪਾ ਦਾ ਸਦਕਾ ਫਿਰ ਤੁਹਾਨੂੰ ਨਾਮ ਦੇ ਸਿਮਰਨ ਦੇ ਨਾਲ ਮਾਇਆ ਵਿੱਚ ਨਿਰਲੇਪਤਾ ਮਿਲੇਗੀ। ਵਿੱਚੇ ਮਾਇਆ ਦੇ ਰਹਿਣਾ ਹੈ ਲੇਕਿਨ ਮਨ ਕਰਕੇ ਖਚਿਤ ਨਹੀਂ ਹੈ। ਇਸ ਵਾਸਤੇ ਸੋ ਵਿੱਚੇ ਗ੍ਰਹਿ ਗੁਰ ਸ਼ਬਦ ਉਦਾਸੀ ਜੋ ਕਮਲ ਰਹਿ ਵਿੱਚ ਪਾਣੀ ਹੈ। ਸੋ ਜੈਸੇ ਜਲ ਮੈਂ ਕਮਲ ਨਿਰਾਲਮ
ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਵਖਾਣੇ। ਇਹ ਮਾਰ ਗਏ ਮੇਰੇ ਸਤਿਗੁਰੂ ਪਾਤਸ਼ਾਹ ਜੀ, ਪੂਰੇ ਗੁਰੂ ਬਖਸ਼ਿਸ਼ ਕਰਦੇ ਨੇ। ਸੋ ਕਹਿੰਦੇ ਨੇ ਭਾਈ ਇਉਂ, ਸੋ ਕਹਿੰਦੇ ਇਸ ਤਰੀਕੇ ਦੇ ਨਾਲ ਜਿਹੜੇ ਨਾਮ ਦਾ ਸਿਮਰਨ ਕਰਦੇ ਨੇ ਉਹ ਇਸ ਪ੍ਰਕਾਰ ਮੋਹ 'ਚ ਨਹੀਂ ਫਸਦੇ, ਵਾਹਿਗੁਰੂ ਦੇ ਸਿਮਰਨ ਵਿੱਚ ਵਸਦੇ ਹਨ। ਪਰਮਾਰਥ ਮਹਿ ਦ੍ਰਿਸ਼ਟ ਲਗਾਈ, ਉਹਨਾਂ ਨੇ ਪਰਮਾਰਥ ਪਰਮੇਸ਼ਵਰ ਦੇ ਗਿਆਨ ਵਿੱਚ, ਸੋ ਵਾਹਿਗੁਰੂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆਪਣੀ ਦ੍ਰਿਸ਼ਟੀ ਲਾਈ, ਸੁਰਤ ਲਾਈ ਹੁੰਦੀ ਹੈ। ਜਗ ਕਾਟੇ ਬ੍ਰਿਧ ਉਠਾਈ, ਉਹਨਾਂ ਨੇ ਸੋ ਜਗਤ ਤੋਂ ਉੱਚੀ ਆਪਣੀ ਬਿਰਤੀ ਕੀਤੀ ਹੁੰਦੀ ਹੈ। ਦੇਹਾ ਦੇਖ ਮਿਥਿਆ ਸਭ ਜਾਣੇ, ਉਹ ਜਾਣਦੇ ਨੇ ਕਿ ਸਰੀਰ ਆਦਿਕ ਜੋ ਇਹ ਪਦਾਰਥ ਹਨ ਇਹ ਮਿਥਿਆ ਨੇ। ਮਿਥਿਆ ਤਨ ਧਨ ਕੁਟੰਬ ਸਮਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਉਮਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ। ਮਿਥਿਆ ਇੱਕ ਹੈ ਸੱਚ, ਇੱਕ ਹੈ ਝੂਠ, ਇੱਕ ਹੈ ਮਿਥਿਆ। ਸੱਚ ਉਹ ਹੈ ਜੋ ਤਿੰਨਾਂ ਕਾਲਾਂ ਵਿੱਚ ਹੀ ਰਵੇ ਸਦਾ ਕਾਇਮ, ਜਿਹਨੂੰ ਕਿਹਾ ਵੇਦ ਅੰਦਰ ਤ੍ਰੈ ਕਾਲ ਅਬਾਦ ਤੰ ਸਤਤਵੰ, ਜੋ ਤਿੰਨਾਂ ਸਮਿਆਂ ਵਿੱਚ ਸਦਾ ਸੱਚ ਹੈ, ਅਬਾਦ ਨਾਸ ਤੋਂ ਰਹਿਤ ਹੈ, ਆਦ ਸੱਚ ਜੁਗਾਦ ਸੱਚ। ਝੂਠ, ਝੂਠ ਉਹ ਹੈ ਜੋ ਤਿੰਨਾਂ ਕਾਲਾਂ 'ਚ ਹੋਵੇ ਹੀ ਨਾ, ਨਾ ਪਿੱਛੇ ਨਾ ਹੁਣ ਨਾ ਅੱਗੇ ਹੋਵੇ ਹੀ ਨਾ, ਉਹ ਗੱਲ ਝੂਠ ਹੈ। ਪਰ ਜਿਹੜੀ ਹੁਣ ਹੈ, ਨਾ ਪਿੱਛੇ ਤੇ ਨਾ ਅੱਗੇ ਨੂੰ ਹੋਣੀ ਹੈ, ਉਹਨੂੰ ਗੁਰੂ ਸਾਹਿਬ ਕਹਿੰਦੇ ਮਿਥਿਆ। ਹੁਣ ਦਿਸਦੀ ਹੈ, ਨਾ ਪਹਿਲਾਂ ਸੀ ਨਾ ਅੱਗੇ ਨੂੰ ਹੋਊ। ਇਹ ਜਿਹੜੇ ਸਾਡੇ ਸਰੀਰ ਨੇ ਪਹਿਲਾਂ ਨਹੀਂ ਸਨ, ਹੁਣ ਹੈਗੇ ਨੇ, ਆਉਣ ਵਾਲੇ ਸਮੇਂ 'ਚ ਫਿਰ ਇਹ ਨਹੀਂ ਹੋਣਗੇ, ਇਸ ਲਈ ਇਹਨੂੰ ਮਿਥਿਆ ਕਿਹਾ ਹੈ। ਤਾਂ ਮੇਰੇ ਹਜ਼ੂਰ ਪਾਤਸ਼ਾਹ ਕਹਿੰਦੇ ਜਿਹੜੇ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਦੇ ਸਿਮਰਨ ਵਿੱਚ ਜੁੜ ਜਾਂਦੇ ਨੇ ਉਹ ਫਿਰ ਇਹ ਮਿਥਿਆ ਕਰਕੇ ਜਾਣਦੇ ਨੇ ਵੀ ਸੁਪਨੇ ਮਾਤਰ, ਸੁਪਨਰੀ ਸੰਸਾਰ ਮਿਥਨੀ ਵਿਸਥਾਰ। ਮਿਥਿਆ ਹੈ ਵਿਸਥਾਰ, ਜਿਹੜਾ ਹੈ ਸੁਪਨੇ ਦੀ ਨਿਆਈ ਹੈ। ਇਉਂ ਜਾਣਦੇ ਜਿਵੇਂ ਸੁਪਨੇ ਦੇ ਪਦਾਰਥ ਜਾਗਣ ਤੋਂ ਜਿਹੜੇ ਨੇ ਸਾਰੇ ਹੀ ਝੂਠੇ ਹੋ ਜਾਂਦੇ ਨੇ, ਇਵੇਂ ਹੀ ਜਿਵੇਂ ਸਾਡੇ ਬਜ਼ੁਰਗਾਂ ਦਾ ਕਥਨ ਹੈ, ਆਪ ਵਰੇ ਜਗ ਪਰ ਲੋ। ਜਿਹੜਾ ਅੱਖਾਂ ਮੀਟ ਗਿਆ ਉਹਦੇ ਵਾਸਤੇ ਕੁਛ ਵੀ ਨਹੀਂ ਹੈ। ਆਪਾਂ ਹੁਣ ਬੈਠੇ ਆ ਤੇ ਜਦੋਂ ਇਸ ਸੰਸਾਰ ਤੋਂ ਅੱਖਾਂ ਮੀਟਾਂਗੇ, ਕਾਲ ਆ ਜਾਏਗਾ, ਸਾਡੇ ਵਾਸਤੇ ਸੰਸਾਰ ਕੀ ਹੈ, ਫਿਰ ਤੇ ਪਤਾ ਨਹੀਂ ਅੱਗੇ ਸਾਡਾ ਗੁਰੂ ਜਾਣੇ ਕੀ ਕੁਛ ਹੋਊਗਾ। ਇਸ ਵਾਸਤੇ ਕਹਿੰਦੇ ਪਈ ਮਿਥਿਆ ਜਾਣਦੇ ਹਨ ਇਸ ਸੰਸਾਰ ਨੂੰ, ਇਹਦੇ ਵਿੱਚ ਮਨ ਖਚਤ ਨਹੀਂ ਕਰਦੇ ਹਨ ਸਿਮਰਨ ਵਾਲੇ। ਵਿਸੈ ਬਾਸਨਾ ਮਨ ਬਿਸਰਾਨੇ, ਉਹਨਾਂ ਨੇ ਵਿਸ਼ਿਆਂ ਦੀ ਵਾਸ਼ਨਾ ਜਿਹੜੀ ਮਨ ਵਿੱਚੋਂ ਵਿਸਰਾ ਦਿੱਤੀ, ਦੂਰ ਕੀਤੀ ਹੈ। ਨਿਜ ਸਰੂਪ ਜੋ ਭਇਓ ਭੁਲਾਵਾ, ਤੋ ਕਹਿੰਦੇ ਨੇ ਜਿਹੜਾ ਨਿਜ ਸਰੂਪ ਤੋਂ ਸੋ ਭੁਲੇਖਾ ਪਿਆ ਹੋਇਆ ਸੀ। ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ। ਨਿਜ ਸਰੂਪ, ਸਾਡਾ ਨਿਜ ਰੂਪ ਕੀ ਹੈ, ਆਪਣਾ ਆਪ ਰੂਪ ਕੀ ਹੈ। ਗੁਰੂ ਸਾਹਿਬ ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਸਾਡਾ ਨਿਜ ਸਰੂਪ ਕੀ ਹੈ, ਪ੍ਰਕਾਸ਼ ਜੋਤ। ਨਿਜ ਸਰੂਪ ਜੋਤ ਦਾ ਪ੍ਰਕਾਸ਼ ਹੈ। ਤੇ ਮੇਰੇ ਸ਼ਹਿਨਸ਼ਾਹ ਪਿਤਾ ਹਜ਼ੂਰ ਕਹਿੰਦੇ ਨੇ ਤੁਸੀਂ ਆਪਣਾ ਮੂਲ ਪਛਾਣੋ। ਇਸ ਸਰੀਰ ਦੇ ਵਿੱਚ ਉਹ ਜੋਤ ਹੈ, ਉਹੀ ਸਾਰੀ ਕਿਰਿਆ ਚੇਤਨਤਾ ਦੇ ਰਹੀ ਹੈ। ਔਰ ਅਸੀਂ ਗੁਰੂ ਦਾ ਲੜ ਫੜ ਕੇ, ਗੁਰਬਾਣੀ ਦੇ ਨਾਲ ਜੁੜ ਕੇ, ਗੁਰੂ ਦੀ ਓਟ ਲੈ ਕਰਕੇ ਆਪਣੇ ਸਰੀਰ ਦੇ ਹੁੰਦਿਆਂ ਹੁੰਦਿਆਂ ਹੀ ਜੋਤ ਤੱਕ ਪਹੁੰਚਣਾ ਹੈ। ਉਹਨੂੰ ਕਿਹਾ ਨਿਜ ਸਰੂਪ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਉਸ ਨਿਜ ਸਰੂਪਤਾ ਦੇ ਵਿੱਚ ਪਹੁੰਚਣਾ ਹੈ। ਇਸ ਵਾਸਤੇ ਹਜ਼ੂਰ ਪਾਤਸ਼ਾਹ ਕਹਿੰਦੇ ਸਿਮਰਨ ਵਾਲੇ ਸੋ ਆਪਣੇ ਨਿਜ ਸਰੂਪ ਨੂੰ ਪ੍ਰਾਪਤ ਕਰ ਲੈਂਦੇ ਹਨ। ਤੇ ਜਾਣਨ ਕੋ ਚਿਤ ਲਲਚਾਵਾ, ਤੋ ਇਹ ਪਾਂਦੇ ਦੇ ਮਨ ਵਿੱਚ ਨਿਜ ਸਰੂਪ ਨੂੰ ਜਾਣਨ ਦਾ ਸੋ ਲਾਲਸਾ ਮਨ ਵਿੱਚ ਜਾਗੀ ਹੈ। ਦੋਹਰਾ ਸਤ ਸੰਗਤ ਕੇ ਸੰਗ ਤੇ, ਸਤ ਸੰਗਤ ਕਰਨ ਦੇ ਨਾਲ ਡਿੱਡ ਹੋਇਓ ਅਭਿਆਸ, ਸੰਗਤ ਕਰਨ ਦੇ ਨਾਲ ਅਭਿਆਸ ਪਰਪੱਕ ਹੁੰਦਾ ਹੈ। ਇਹਦਾ ਮਤਲਬ ਹੈ ਕਿ ਜਿਵੇਂ ਜਿਵੇਂ ਅਸੀਂ ਸੰਗਤ ਕਰਨੀ ਹੈ, ਸਾਡਾ ਅਭਿਆਸ ਸਿਮਰਨ ਜਿਹੜਾ ਉਹ ਪਰਪੱਕ ਹੋਣਾ ਚਾਹੀਦਾ, ਨਿਤਨੇਮ ਪੱਕਾ ਹੋਣਾ ਚਾਹੀਦਾ ਹੈ। ਕਹਿਓ ਭੁਲਾਵਾ ਭਰਮ ਕਾ, ਭਰਮ ਦਾ ਭੁਲੇਖਾ ਜਿਹੜਾ ਉਹ ਦੂਰ ਹੋ ਜਾਂਦਾ ਹੈ। ਸਹਿਜ ਸੁਖ ਹੈ ਪ੍ਰਕਾਸ਼, ਤੇ ਫਿਰ ਸਹਿਜ ਸੁਖ ਜਿਹੜਾ ਹੈ ਉਹ ਭਾਵ ਜੋ ਸਹਿਜ ਅਵਸਥਾ ਹੈ, ਸਹਿਜ ਸੁਖ ਦੀ ਪ੍ਰਾਪਤੀ, ਪ੍ਰਕਾਸ਼ ਪ੍ਰਗਟ ਹੋ ਜਾਂਦੀ ਹੈ। ਚੌਪਈ ਦੇਹ ਦੁਖੀ ਤੇ ਦੁਖ ਨਹਿ ਮਾਨੈ ਹੈ, ਜਦੋਂ ਉਹ ਸਹਿਜ ਸਰੂਪ ਦੀ ਪ੍ਰਾਪਤੀ ਹੁੰਦੀ ਹੈ, ਫਿਰ ਜੇ ਸਰੀਰ ਨੂੰ ਦੁੱਖ ਹੈ ਤੇ ਮਨ ਦੁਖੀ ਨਹੀਂ ਹੁੰਦਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਇਹ ਉਹ ਅਵਸਥਾ
ਜੋ ਸਹਿਜ ਸੁਖ ਦੀ ਪ੍ਰਾਪਤੀ ਹੈ। ਅਨਕ ਬਿਲਾਸਨ ਸੁਖ ਨਹਿ ਜਾਣੈ ਹੈ। ਅਨੇਕ ਪ੍ਰਕਾਰ ਦੇ ਜਿਹੜੇ ਬਿਲਾਸ ਨੇ ਦੁਨੀਆ ਦੇ ਸੁਖ ਨੇ ਇਸ ਪ੍ਰਕਾਰ ਮੰਨਣੇ, ਉਹਨਾਂ ਵਿੱਚ ਸੁਖ ਨਹੀਂ ਜਾਣਦੇ। ਫਿਰ ਉਹ ਥਿਰਤਾ ਪਾਏ ਨਾ ਡੋਲਹਿ ਸੋਊ। ਉਹ ਮਨ ਅਡੋਲ ਹੋ ਜਾਂਦਾ ਹੈ ਉਸ ਸਹਿਜ ਸਰੂਪ ਦੇ ਵਿੱਚ, ਆਪਣੀ ਲਿਵ ਦੇ ਵਿੱਚ, ਨਾਮ ਦੇ ਸਿਮਰਨ ਵਿੱਚ ਸਥਿਰ ਹੋ ਜਾਂਦਾ ਹੈ। ਰਹਿ ਏਕ ਰਸ ਦਵੈਤੈ ਕੋ ਖੋਊ। ਦਵੈਤ ਨੂੰ ਗਵਾ ਕਰਕੇ ਇੱਕ ਰਸ ਟਿਕ ਜਾਂਦਾ ਹੈ। ਇਹੋ ਜਿਹੇ ਸਹਿਜ ਸਰੂਪ ਦੀ ਭਾਈ ਉਸ ਨੂੰ ਪ੍ਰਾਪਤੀ ਹੋ ਜਾਂਦੀ ਹੈ, ਜਿਹੜੇ ਗੁਰੂ ਤੋਂ ਗਿਆਨ ਦੀ ਪ੍ਰਾਪਤੀ ਕਰਕੇ ਨਾਮ ਸਿਮਰਨ ਵਿੱਚ ਜੁੜਦੇ, ਸਤਸੰਗ ਕਰਦੇ ਨੇ। ਤਾਂ ਮੇਰੇ ਸ਼ਹਿਨਸ਼ਾਹ ਪਿਤਾ ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕਰਕੇ ਸਾਡੇ ਤੇ ਕਿਰਪਾ ਕੀਤੀ ਹੈ, ਸਾਨੂੰ ਨਿਤ ਪ੍ਰਤੀ ਸਤਸੰਗਤ ਦੀ ਦਾਤ ਬਖਸ਼ੀ ਹੈ। ਤੋ ਗਰੀਬ ਨਵਾਜ ਅੰਤਰਜਾਮੀ ਜੀ ਰਹਿਮਤਾਂ ਬਖਸ਼ਿਸ਼ਾਂ ਕਰਨ, ਸਾਡੇ ਸਿਰ ਤੇ ਮਿਹਰ ਭਿਆ ਹੱਥ ਰੱਖਣ, ਸਾਨੂੰ ਨਿਤ ਸਤਸੰਗ ਮਿਲੇ, ਸਿਮਰਨ ਵਿੱਚ ਪਰਪੱਕਤਾ ਮਿਲੇ, ਗੁਰੂ ਦੀ ਬਖਸ਼ਿਸ਼ ਮਿਲੇ, ਤਾਂ ਕਿ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲੇ ਪ੍ਰਕਾਸ਼ ਦੇ ਪੁਰਬ ਜੋ ਮਨਾ ਰਹੇ ਹਾਂ, ਸੋ ਇਹ ਪੁਰਬ ਮਨਾਉਣ ਤੋਂ ਸਾਡੇ ਜੀਵਨ ਵਿੱਚ ਮੇਰੇ ਸਤਿਗੁਰੂ ਪਾਤਸ਼ਾਹ ਜੀ ਸ਼ੁਭ ਗੁਣ ਦੀ ਦਾਤ ਬਖਸ਼ਣ, ਜਿਸ ਦੇ ਧਾਰਨੀ ਹੋ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੇ ਵਰਤਾਂ ਦੇ ਪਾਤਰ ਬਣੀਏ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਦੇਹੋ ਸੱਜਣ ਅਸੀਂ ਸੜੀਆਂ, ਜੋ ਹੋਵੇ ਸਾਹਿਬ ਸੁਮੇਲ ਦੀ ਦਾਤ ਪ੍ਰਾਪਤ ਹੋਵੇ। ਦੇਹ ਦੁਖੀ ਤੇ ਦੁਖ ਨਹਿ ਮਾਨੈ ਹੈ। ਅਨਕ ਬਿਲਾਸਨ ਸੁਖ ਨਹਿ ਜਾਣੈ ਹੈ। ਥਿਰਤਾ ਪਾਏ ਨਾ ਡੋਲਹਿ ਸੋਊ। ਰਹਿ ਏਕ ਰਸ ਦਵੈਤ ਹੈ ਖੋਊ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।